शीने वाले थे तो हम जा रहे हैं। तो शीने वाले थे की तुहानू सैर कराने मैं तो लाली भगवान की मेरा दोस्त ने सैर करने देख लग गई कि मेरे नाल सैर संपादक वजों भूमिका निभाई। असी शीने वाले थे से जा रहे हैं जी। सत श्री अकाल दोस्तों, अज मैं जतंदर औलख भाई नाल शीने वाले थे तो जा रहे हैं जी। अज उतों का इतिहास तुहाडे रूबरू करावांगे जी। धन्नवाद, मिलते हैं शीने वाले थे। चलो जी। दोस्तों असी शीनिया वाले थे तो आ गए हाँ। एक हड़प्पा काल का शहर जोड़ा वसदा सी सिंध घाटी के वेले का, वो तबाह होया शहर आ। काफ़ी विशाल इलाके दे विच सीगा, पर 2-3 एकड़ दे विच अजे भी बच गया आ। तो इस दे उपर जाके वेखते हैं, काफ़ी उच्चा, कई फुट उच्चा है, कई मीटर उच्चा है। और इस दे उपर जाके वेखते हैं कि साडी उत्सुकता का मरकज़ आ, जिहड़े इत्थों लंघण वाले राही ने, इहदे बारे आपां गल करांगे कि ये उत्सुकता का मरकज़ रहा आ। चलो जी। काफ़ी चढ़ाई चढ़ाई चढ़नी पै रही है। और इधर होर तिक्की सीधी चढ़ाई है। अभी होर हैगा इधर भी जाते। बोली दोस्तों थे दे उपर आउंदे एक जिहड़ी चीज़ सानू मिली है, कोई पत्थर का बनया पक्की मिट्टी का। और ये वो इट आ 1 बाई 1.5 फुट की इट, जिहड़ी हड़प्पा काल वेले वरती जाती सी। सानू इत्थे पई मिली आ, टुटी भजी आ। और हो सकता सानू सबूती इत्थों लभ जावे। ते हड़प्पा काल दे वेले जिहड़ी आ इट सानू इत्थों मिली आ, 1 बाई 1.5 फुट की इट। ये नानकशाही काल तो पहलां दी इट आ, मतलब कि 1000 साल तो नानकशाही इट जिहड़ी शुरू हुई आ, और ये उस तो पहलां दी आ। दोस्तों ये वो प्राचीन समय की जिहड़ी इट सीगी, वो एक जिवें घरां दे वाधे लई शायद वरतिया जांदा सीगा, क्योंकि इहदे ते डिजाइन बड़े ਉਂਗਲਾਂ ਦੇ। वेखो सिंध घाटी की सभ्यता वेले दे जिहड़े शहर है, क्योंकि सारे नगर विकसित नहीं सी, कई नगर घੱਟ विकसित सी। और ये उन्हां दे विच आ, ये शायद किसी घर के वाधे लई बनिया जांदा होएगा। इहदे च ਉਂਗਲਾਂ ਦਾ ਨਿਸ਼ਾਨ पाए गए जदों इनू इस इट नूं घड़िया गया। इस वाधा जिहड़ा की कहंदे उहनूं शेड, इहदे च ਉਂਗਲਾਂ ਦੇ निशान मिलते हैं। और असीं ये चीज़ इत्थे रख के जावांगे, साडी नैशनल प्रॉपर्टी आ। ते सरकार नूं चाहीदा किसी म्यूजियम के लिए जिहड़ियां इहो जिहियां चीज़ां इत्थों निकल रहीआं ने, किसी म्यूजियम च सुरक्षित रखिया जान। चलो जी।
ਅੰਦਾਜ਼ੇ ਨਾਲ ਕਿੰਨੇ ਮੀਟਰ ਉੱਚਾ ਹੋਊ ਜ਼ਮੀਨ ਤੋਂ? ਇਹ ਜਤਿੰਦਰ ਔਲਖ ਜੀ, ਤੁਹਾਨੂੰ ਇਸ ਇਲਾਕੇ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਚੰਗੀਆਂ ਲੱਗਦੀਆਂ ਜਾਂ ਕੁਝ ਇਹਦੇ ਬਾਰੇ ਕੋਈ ਸਾਨੂੰ ਜਾਣਕਾਰੀ ਦਿਓ। ਲਾਲੀ ਜੀ, ਇਹ ਥੇ ਜਿਹੜਾ ਆ ਲਗਭਗ 25 ਤੋਂ 30 ਮੀਟਰ ਉੱਚਾ ਆ ਜ਼ਮੀਨ ਤੋਂ, ਔਰ ਇੱਥੇ ਕਾਫੀ ਵੱਡੀ ਗਿਣਤੀ 'ਚ ਜਿਹੜੀ ਮਿੱਟੀ ਦੇ ਬਰਤਨਾਂ ਦੀ ਟੁੱਟ ਭੱਜ ਆ ਜਾਂ ਇੱਟਾਂ ਨੇ ਉਹ ਮਿਲ ਰਹੀਆਂ ਨੇ। ਔਰ ਇਹ ਜਿਹੜਾ ਇਲਾਕਾ ਤੁਸੀਂ ਵੇਖ ਰਹੇ ਹੋ ਅਜੇ ਵੀ ਨਿਕਾਸੂ ਆ, ਇਹ ਨਿਵਾਣ ਸੀਗਾ ਕਦੀ। ਬਜ਼ੁਰਗਾਂ ਦੇ ਦੱਸਣ ਮੁਤਾਬਕ ਇੱਕ ਛੰਭ ਸੀ, ਜਿਵੇਂ ਰਾਵੀ ਦਰਿਆ ਦੇ ਵਿੱਚੋਂ ਇੱਕ ਛੋਟੀ ਉਪ ਨਦੀ ਇੱਥੋਂ ਵਗਦੀ ਸੀ, ਇੱਕ ਛੰਭ ਸੀ। ਔਰ ਜਿਹੜੀਆਂ ਫਸਲਾਂ ਪਾਣੀ ਦੇ ਵਿੱਚ ਹੁੰਦੀਆਂ ਸਨ ਉਹਨਾਂ ਦੀ ਖੇਤੀ ਲਈ ਇਹ ਇਲਾਕਾ ਅਜੇ ਤੱਕ ਵਰਤਿਆ ਜਾਂਦਾ ਰਿਹਾ ਆ। ਬੇਸ਼ੱਕ ਹੁਣ ਝੋਨਾ ਇੱਥੇ ਲੱਗਣ ਲੱਗ ਪਿਆ, ਪਰ ਜਿਹੜੀਆਂ ਪਾਣੀ ਦੇ ਵਿੱਚ ਫਸਲਾਂ ਹੁੰਦੀਆਂ ਸੀਗੀਆਂ ਉਹ ਇੱਥੇ ਵਰਤੀਆਂ ਜਾਂਦੀਆਂ। ਔਰ ਇਹ ਇੱਕ ਛੰਭ ਸੀ, ਔਰ ਇਹ ਸ਼ਹਿਰ ਦੇ ਵਸਣ ਦਾ ਮੇਨ ਕਾਰਨ ਜਿਹੜਾ ਹਜ਼ਾਰਾਂ ਸਾਲ ਪਹਿਲਾਂ ਇੱਥੇ ਹੋਏਗਾ ਕਿ ਇੱਥੇ ਪਾਣੀ ਦੀ ਜਿਹੜੀ ਵਰਤੋਂ ਸੀ, ਇੱਕ ਉਪ ਨਦੀ ਜਿਹੜੀ ਇੱਥੇ ਵਸਾਈ ਗਈ। ਔਰ ਇਹਦੇ ਬਾਰੇ ਕੀ ਮਿੱਥਾਂ ਮਿਲਦੀਆਂ ਨੇ ਅਜੇ ਹੋਰ ਅਸੀਂ ਗੱਲ ਕਰਾਂਗੇ, ਥੋੜ੍ਹਾ ਇਤਿਹਾਸ 'ਚ ਵੀ ਜਾਵਾਂਗੇ ਇੱਥੋਂ ਦੇ। ਇਹ ਸਾਰੀ ਜਗ੍ਹਾ ਕਦੀ ਖੇਤ ਹੈ ਸਾਰੀ ਵੀ। ਇਹ ਮੈਨੂੰ ਲੱਗ ਰਿਹਾ ਇੱਕ ਗੋਲ ਇੱਕ ਖੂਹ ਟਾਈਪ, ਛੋਟੀ ਖੂਹੀ ਟਾਈਪ ਬਣਿਆ, ਲੇਕਿਨ ਇੱਥੇ ਕਿਉਂਕਿ ਉੱਪਰ ਥੇ ਦੇ ਉੱਤੇ ਖੂਹੀ ਨਹੀਂ ਹੋ ਸਕਦੀ। ਇਹ ਪੁਰਾਣੇ ਸਮੇਂ ਦਾ ਜਿਹੜਾ ਉਸ ਵੇਲੇ ਦਾ ਹਜ਼ਾਰਾਂ ਸਾਲ ਪਹਿਲਾਂ ਦਾ ਇੱਕ ਚੱਕ ਆ, ਜਿਹਨੂੰ ਘੁਮਿਆਰ ਦਾ ਚੱਕ ਕਹਿੰਦੇ ਸੀ। ਇਹਨੂੰ ਬਰਤਨ ਪਕਾਉਣ ਲਈ ਜਿਹੜਾ ਵਰਤਿਆ ਜਾਂਦਾ ਸੀ, ਅਜੇ ਵੀ ਉਸੇ ਤਰ੍ਹਾਂ ਇਹਦਾ ਬਚਿਆ ਵਾ, ਇੱਟਾਂ ਲੱਗੀਆਂ ਨੇ। ਔਰ ਇਹ ਗੋਲ ਜਗ੍ਹਾ ਜਿਹੜੀ ਉਹ ਵੱਖਰੇ ਢੰਗ ਨਾਲ ਬਣੀ ਆ, ਵੱਖਰੀ ਨਜ਼ਰ ਆ ਰਹੀ ਆ। ਜਿੰਨੀ ਇੱਥੇ ਮਿੱਟੀ ਦੇ ਬਰਤਨਾਂ ਦੀ, ਇੱਟਾਂ ਦੀ ਟੁੱਟ ਭੱਜ ਮਿਲ ਰਹੀ ਆ, ਜਾਂ ਬੱਚਿਆਂ ਦੇ ਖਿਡੌਣੇ, ਹੋਰ ਇੱਥੇ ਜਿਹੜੀਆਂ ਜ਼ਰੂਰੀ ਵਰਤੋਂ ਰੋਜ਼ਾਨਾ ਡੇਲੀ ਨੀਡ ਦੀਆਂ ਚੀਜ਼ਾਂ ਇੱਥੋਂ ਮਿਲ ਰਹੀਆਂ ਨੇ, ਟੁੱਟ ਭੱਜ ਉਹਨਾਂ ਦੀ ਵਿਕਰੀ ਲਾਲੀ ਦਿਖਾਇਆ ਜਾਵੇ ਆ ਜਿਹੜੇ। ਔਰ ਬਹੁਤ ਵੱਡੀ ਗਿਣਤੀ 'ਚ ਮੈਨੂੰ ਲੱਗਦਾ ਆ ਕਿ ਇਸ ਸ਼ਹਿਰ ਦੇ ਵਿੱਚੋਂ ਕਦੀ ਕੋਈ ਤਜਾਰਤ ਹੁੰਦੀ ਰਹੀ ਆ, ਕੋਈ ਵਪਾਰ ਹੁੰਦਾ ਰਿਹਾ ਆ ਇੱਟਾਂ ਦਾ, ਮਿੱਟੀ ਦੇ ਬਰਤਨਾਂ ਦਾ, ਬੱਚਿਆਂ ਦੇ ਖਿਡੌਣਿਆਂ ਦਾ, ਜਿਹੜਾ ਦੂਰ ਦਰਾਜ ਜਿਹੜਾ ਹੋਰ ਦੇਸ਼ਾਂ ਦੇ ਵੱਲ ਇੱਥੋਂ ਐਕਸਪੋਰਟ ਕੀਤੀਆਂ ਜਾਂਦੀਆਂ ਹੋਣਗੀਆਂ ਚੀਜ਼ਾਂ। ਕਿਉਂਕਿ ਇਹ ਔਰ ਇੱਥੇ ਜਿਹੜੇ ਆਪਣਾ ਜਿੰਨੇ ਵੀ ਸ਼ਹਿਰ ਵਸਾਇਆ, ਜਿਸ ਵਿਅਕਤੀ ਨੇ, ਜਿਸ ਰਾਜੇ ਨੇ ਸ਼ਹਿਰ ਵਸਾਇਆ ਹੋਏਗਾ ਹੜੱਪਾ ਦੇ ਦੌਰਾਨ, ਔਰ ਇਹ ਬਹੁਤ ਵੱਡੀ ਉਹਦੀ ਫੌਜੀ ਸ਼ਕਤੀ ਦੀਆਂ ਜ਼ਰੂਰਤਾਂ ਲਈ ਜਿਹੜਾ ਆ ਉਹ ਇਹ ਵਰਤਿਆ ਜਾਂਦਾ ਹੋਏਗਾ। ਇੱਥੋਂ ਸਮਾਨ, ਬਰਤਨ, ਹੋਰ ਜਿਹੜੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਇੱਥੋਂ ਬਣਦੀਆਂ ਹੋਣਗੀਆਂ। ਉਹਦੀ ਕਾਫੀ ਵੱਡੀ ਜਿਹੜਾ ਉਹਦਾ ਸਾਮਰਾਜ ਹੋਏਗਾ, ਔਰ ਇਹਦੇ ਬਾਰੇ ਅੱਗੇ ਵੀ ਗੱਲ ਕਰਦੇ ਹਾਂ। ਓਕੇ। ਦੋਸਤੋ, ਇੱਥੇ ਕਾਫੀ ਗਿਣਤੀ 'ਚ ਜਿਹੜੀਆਂ ਪੂਰੇ ਥੇ ਦੇ ਉੱਤੇ ਵੱਖ-ਵੱਖ ਥਾਵਾਂ 'ਤੇ ਗੋਲ ਜਿਹੜੀਆਂ ਵੱਖ ਨਿਸ਼ਾਨੀਆਂ ਮਿਲ ਰਹੀਆਂ, ਔਰ ਇੱਥੋਂ ਦੀ ਮਿੱਟੀ ਜਿਹੜੀ ਇਹ ਗੋਲ ਚੀਜ਼ਾਂ ਮਿਲ ਰਹੀਆਂ ਨੇ, ਕਾਫੀ ਇਹ ਨਿਸ਼ਾਨੀਆਂ ਗੋਲ ਘੇਰੇ ਦੇ ਵਿੱਚ, ਸਰਕਲ ਦੇ ਵਿੱਚ। ਇਹ ਮਿੱਟੀ ਇੱਕ ਵੱਖਰੀ ਤਰ੍ਹਾਂ ਦੀ ਆ, ਔਰ ਮਿੱਟੀ ਦੇ ਬਰਤਨਾਂ ਦੀ ਟੁੱਟ ਭੱਜ ਵੀ ਆ। ਮੈਨੂੰ ਲੱਗ ਰਿਹਾ ਕਿ ਹੜੱਪਾ ਕਾਲ ਵੇਲੇ ਕਾਫੀ ਇੱਥੋਂ ਜਿਹੜੀ ਨਾ, ਜਾਂ ਕਿਸੇ ਦੀ ਫੌਜ ਲਈ ਜਾਂ ਵਿਦੇਸ਼ਾਂ ਲਈ ਜਿਹੜੀ ਇੱਥੋਂ ਐਕਸਪੋਰਟ ਮਿੱਟੀ ਦੇ ਬਰਤਨਾਂ ਲਈ ਜਾਂ ਕਿਲੇ ਵਗੈਰਾ ਬਣਾਉਣ ਲਈ ਇੱਥੇ ਇੱਟਾਂ ਦੀ ਜਿਹੜੀ ਨਿਰਮਾਣ ਕੀਤਾ ਜਾਂਦਾ ਸੀਗਾ। ਔਰ ਇਹ ਵੱਖਰੇ ਜਿਹੇ ਚੱਕ ਸਾਨੂੰ ਮਿਲ ਰਹੇ ਨੇ ਇੱਥੇ। ਜਤਿੰਦਰ ਜੀ, ਇਹ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਛੋਟੇ ਛੋਟੇ ਮਿੱਟੀ ਦੇ ਟੁਕੜੇ ਬਹੁਤ ਜ਼ਿਆਦਾ, ਜਿਸ ਤਰ੍ਹਾਂ ਕੋਈ ਇੱਥੇ ਬਰਤਨਾਂ ਦਾ ਜਿਵੇਂ ਕੋਈ ਵਪਾਰ ਹੁੰਦਾ ਰਿਹਾ, ਜਾਂ ਮਿੱਟੀ ਦੇ ਪੁਰਾਣੇ ਬਰਤਨ ਬਣਦੇ ਰਹੇ ਜਾਪਦੇ ਉੱਤੇ, ਇਹਨਾਂ ਬਾਰੇ ਕੋਈ ਜਾਣਕਾਰੀ ਦਿਓ ਸਾਨੂੰ ਜੀ। ਔਰ ਲਾਲੀ ਜੀ, ਇੱਥੇ ਜਿਵੇਂ ਵੇਖ ਰਹੇ ਹੋ ਕਿ 1 ਬਾਈ 1.5 ਫੁੱਟ ਦੀ ਇੱਟ ਜਿਹੜੀ ਹੜੱਪਾ ਕਾਲ ਵੇਲੇ ਵਰਤੀ ਜਾਂਦੀ ਸੀ, ਉਹਦੀ ਟੁੱਟ ਭੱਜ ਕਾਫੀ ਮਿਲ ਰਹੀ ਆ। ਔਰ ਇਹ ਮਿੱਟੀ ਦੇ ਬਰਤਨਾਂ ਦੀ ਟੁੱਟ ਭੱਜ, ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇੱਥੇ ਗੋਲ ਸਰਕਲ ਦੇ ਵਿੱਚ ਕਾਫੀ ਘੇਰੇ ਜਿਹੜੇ ਵੱਖਰੇ ਮਿਲਦੇ ਨੇ, ਔਰ ਉੱਥੋਂ ਦੀ ਮਿੱਟੀ ਬਾਕੀ ਥੇ ਨਾਲੋਂ ਥੋੜ੍ਹੀ ਵੱਖਰੀ ਆ। ਔਰ ਮੈਨੂੰ ਲੱਗ ਰਿਹਾ ਕਿ ਇੱਥੇ ਨਾ ਜਿਵੇਂ ਚੱਕ ਨੇ, ਜਿਨ੍ਹਾਂ ਨੂੰ ਚੱਕ ਕਹਿੰਦੇ ਨੇ, ਘੁਮਿਆਰਾਂ ਵਿੱਚ ਚੱਕ ਹੁੰਦੇ ਸੀ, ਉਹ ਮਿੱਟੀ ਦੇ ਬਰਤਨ ਬਣਦੇ ਸੀ, ਔਰ ਇਹਨਾਂ ਦੀ ਐਕਸਪੋਰਟ ਵਿਦੇਸ਼ਾਂ ਤੱਕ ਵੀ ਹੁੰਦੀ ਰਹੀ ਹੋਏਗੀ ਕਦੀ। ਅਤੇ ਇਹ ਬਹੁਤ ਵੱਡੀ ਫੌਜ ਦੀ ਜਿਹੜੀ ਵਰਤੋਂ ਲਈ ਮਿੱਟੀ ਦੇ ਬਰਤਨ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ, ਇੱਟਾਂ ਵਗੈਰਾ ਕਿਲੇ ਬਣਾਉਣ ਲਈ ਬਣਦੀਆਂ ਸਨ। ਕਾਫੀ ਵੱਡੇ ਸਾਮਰਾਜ ਦੇ ਵਿੱਚ ਜਿਹੜੀ ਆ ਉਹਦੀ ਵਰਤੋਂ ਲਈ ਇਹ ਬਣਾਇਆ ਗਿਆ ਹੋਏਗਾ। ਇਹ ਜਿਹੜਾ ਇੱਥੇ ਇੱਕ ਬਸਤੀ ਵਸਾਈ ਗਈ ਆ,
ਔਰ ਮੈਨੂੰ ਲੱਗ ਰਿਹਾ ਕਿ ਕਨਿਸ਼ਕ ਦੇ ਬਾਰੇ ਕਿਹਾ ਜਾਂਦਾ, ਕਿਉਂਕਿ ਇੱਥੋਂ ਦਾ ਜਿਹੜਾ ਸ਼ੀਨੇ ਹੈ ਪਿੰਡ, 3 ਸ਼ੀਨੇ, ਉੱਚਾ ਕਿਲਾ, ਵਿਚਲਾ ਕਿਲਾ ਔਰ ਸ਼ੀਨਾ ਸੁਬਾਜਪੁਰ। ਔਰ ਇਹ ਸ਼ੀਨਾ ਵਰਡ ਜਿਹੜਾ ਆ ਚੀਨਾ ਤੋਂ ਬਣਿਆ ਆ, ਇਹ ਚੀਨਾ ਤੋਂ ਬਣਿਆ ਆ ਸ਼ੀਨਾ ਵਰਡ। ਔਰ ਇੱਥੇ ਕਨਿਸ਼ਕ ਦੂਸਰੀ ਸਦੀ 'ਚ 127 ਈਸਵੀ ਦੇ ਵਿੱਚ ਉਹ ਭਾਰਤ ਆਇਆ ਔਰ ਉਹਨੇ ਬਹੁਤ ਵੱਡਾ ਸਾਮਰਾਜ ਕਾਇਮ ਕੀਤਾ। ਕਨਿਸ਼ਕ ਦਾ ਸਾਮਰਾਜ ਜਿਹੜਾ ਪੂਰੇ ਮੱਧ ਭਾਰਤ ਤੋਂ ਲੈ ਕੇ ਏਸ਼ੀਆ ਦੇ ਕਾਫੀ ਵੱਡੇ ਹਿੱਸੇ 'ਚ ਹੀ, ਜਿਹੜਾ ਚੀਨ ਦੇ ਖੇਤਰ ਤੋਂ ਇੱਕ ਹਮਲਾਵਰ ਆਇਆ ਅਫਗਾਨਿਸਤਾਨ ਤੱਕ, ਉਹਨੇ ਸਾਮਰਾਜ ਸਥਾਪਿਤ ਕੀਤਾ। ਔਰ ਕਨਿਸ਼ਕ ਨੇ ਬੁੱਧ ਧਰਮ ਦੀ ਜਿਹੜੀ ਬਹੁਤ ਜ਼ਿਆਦਾ ਪ੍ਰਚਲਿਤ ਕੀਤਾ। ਉਹਨੇ ਬਹੁਤ ਜ਼ਿਆਦਾ ਧਾਰਮਿਕ ਖਿਆਲਾਂ ਦਾ ਆਦਮੀ ਸੀ। ਬੁੱਧ ਧਰਮ ਨੂੰ ਹਿੰਦੁਸਤਾਨ 'ਚੋਂ ਪ੍ਰਚਲਿਤ ਕਰਨ ਵਾਲਾ ਕਨਿਸ਼ਕ ਆ। ਕਨਿਸ਼ਕ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਫੌਜੀ ਬਸਤੀਆਂ ਵਸਾਈਆਂ, ਵੱਡੀ ਗਿਣਤੀ ਦੇ ਵਿੱਚ ਉਹਨੇ ਆਪਣੇ ਤੇ ਮਹਾਤਮਾ ਬੁੱਧ ਦੇ ਬੁੱਤ ਵਸਾਏ। ਔਰ ਇਹੋ ਜਿਹੇ ਜਿਹੜੇ ਥੇ ਪੂਰੇ ਨਾਰਥ ਇੰਡੀਆ ਦੇ ਵਿੱਚ ਮਿਲਦੇ ਨੇ। ਉੱਥੋਂ ਇੱਕ ਕੱਟੇ ਹੋਏ ਸੇਲ ਵਾਲੇ ਜਿਹੜਾ ਇੱਕ ਬਾਦਸ਼ਾਹ ਆ, ਉਹਦੇ ਬੁੱਤ ਮਿਲ ਰਹੇ ਨੇ। ਲਗਭਗ ਹਰ ਥੇ ਦੇ ਉੱਤੋਂ ਕੁਝ ਇਹੋ ਜਿਹੇ ਬੁੱਤ ਮਿਲਦੇ ਨੇ ਜਿਹੜੇ ਇੱਕ ਬਾਦਸ਼ਾਹ ਔਰ ਉਹਦਾ ਸਿਰ ਜਿਹੜਾ ਕੱਟਿਆ ਹੋਇਆ ਹੈ ਜਾਂ ਉਹਦੀਆਂ ਬਾਹਾਂ ਵੱਡੀਆਂ, ਇਹੋ ਜਿਹੇ ਬੁੱਤ ਜਾਂ ਮੂਰਤੀਆਂ ਮਿਲਦੀਆਂ ਨੇ। ਜਿਹੜੀ ਤਾਲਿਬਾਨਾਂ ਨੇ ਪਿੱਛੇ ਜੇ ਮੂਰਤੀ ਕਾਬਲ ਦੇ ਵਿੱਚ ਕੰਧਾਰ ਦੇ ਨੇੜੇ ਤਬਾਹ ਕਰ ਦਿੱਤੀ ਸੀ ਮਹਾਤਮਾ ਬੁੱਧ ਦੀ, ਉਹ ਵੀ ਕਨਿਸ਼ਕ ਦੀ ਲਵਾਈ ਹੋਈ ਸੀ। ਕਨਿਸ਼ਕ ਦੇ ਬੁੱਤ ਅਫਗਾਨਿਸਤਾਨ ਤੋਂ ਲੈ ਕੇ ਪੂਰੇ ਨਾਰਥ ਇੰਡੀਆ ਦੇ ਇਹੋ ਜਿਹੇ ਪ੍ਰਾਚੀਨ ਥਿਆਂ 'ਤੇ ਮਿਲਦੇ ਨੇ। ਔਰ ਹੋ ਸਕਦਾ ਆ ਕਿ ਇਹ ਵੀ ਜਿਹੜਾ ਥੇ ਆਪਣੀ ਵਿਸ਼ਾਲ ਫੌਜ ਦੇ ਨਾਲ ਜਿਹੜਾ ਉਹ ਚੀਨ ਦੇ ਖੇਤਰ 'ਚੋਂ ਹਮਲਾਵਰ ਆਇਆ ਕਨਿਸ਼ਕ, ਉਹਨੇ ਇਹ ਜਿਹੜੀ ਬਸਤੀ ਵਸਾਈ। ਔਰ ਇਸੇ ਕਰਕੇ ਇਹਨੂੰ ਸ਼ੀਨਿਆਂ ਵਾਲਾ, ਯਾਨੀ ਕਿ ਚੀਨਿਆਂ ਵਾਲੇ ਥੇ ਤੋਂ ਵਿਗੜਦਾ ਸ਼ਬਦ ਬਣਿਆ, ਸ਼ੀਨਿਆਂ ਵਾਲਾ ਥੇ। ਔਰ 3 ਸ਼ੀਨੇ ਪਿੰਡ ਵੀ ਇੱਥੇ ਜਿਹੜੇ ਵਿਦਵਾਨ ਨੇ। ਫਿਰ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਭਾਰਤ ਦੇ ਜਿਹੜੇ ਲੋਕਲ ਕਬੀਲੇ ਸਨ, ਲੋਕਲ ਲੋਕ ਸਨ, ਉਹਨਾਂ ਨੇ ਕਨਿਸ਼ਕ ਨੂੰ ਵਿਦੇਸ਼ੀ ਹਮਲਾਵਰ ਸਮਝਦੇ ਸਨ। ਪੂਰੇ ਹਿੰਦੁਸਤਾਨ ਦੇ ਵਿੱਚ ਉਹਦੇ ਖਿਲਾਫ ਜਿਹੜੀ ਬਗਾਵਤ ਭੜਕ ਉੱਠੀ ਔਰ ਉਹਦੀਆਂ ਬਸਤੀਆਂ ਜਿਹੜੀਆਂ ਤਬਾਹ ਕਰ ਦਿੱਤੀਆਂ ਗਈਆਂ। ਉਹਦੀਆਂ ਫੌਜੀ ਬਸਤੀਆਂ ਸੀ ਜਾਂ ਫੌਜਾਂ ਲਈ ਜਿੱਥੇ ਸਮਾਨ ਬਣਾਉਣ ਦਾ ਸੀ, ਉਹ ਕਿਲੇ ਵਗੈਰਾ ਬਣਾਉਣ ਲਈ, ਬੁੱਤ ਲਵਾਉਣ ਲਈ ਅਤੇ ਬਰਤਨ ਵਗੈਰਾ ਜੋ ਵੀ ਫੌਜੀਆਂ ਦੀਆਂ ਰੋਜ਼ਾਨਾ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣਾ ਬਣਾਉਂਦਾ ਸੀ, ਉਹ ਵੀ ਬਸਤੀਆਂ ਨਸ਼ਟ ਕਰ ਦਿੱਤੀਆਂ ਗਈਆਂ। ਔਰ ਇੱਥੋਂ ਛੋਟੀਆਂ ਗੋਲੀਆਂ ਜਿਹੜੀਆਂ ਗੋਲ ਮਿਲਦੀਆਂ ਨੇ, ਜਿਹੜੇ ਮੋਟੇ ਲੱਕੜੀ ਦੇ ਗੋਲੇ ਸੀ, ਉਹ ਜਿਵੇਂ ਪੱਕੀ ਮਿੱਟੀ ਦੇ ਜਿਹੜੇ ਗੋਲੇ ਸੀਗੇ, ਉਹ ਵੀ ਇੱਥੋਂ ਮਿਲੇ ਨੇ ਵੱਡੇ ਤੋਪਾਂ ਦੇ। ਜਿੱਦਾਂ ਮੈਂ ਅੱਗੇ ਕਹਿ ਚੁੱਕਾ ਕਿ ਉਹ ਵਾਂਸਾਂ ਦੀਆਂ ਤੋਪਾਂ ਬਣਾਉਂਦੇ ਸੀ ਔਰ ਉਹਨੂੰ ਅੱਗ 'ਚ ਪਚਾ ਕੇ ਕੋਈ ਲੱਕੜੀ ਦਾ ਖਾਸ ਬੂਰਾ ਵਗੈਰਾ ਜਿਹੜਾ ਉਹ ਲਾਇਆ ਜਾਂਦਾ ਸੀ ਔਰ ਉਹਦੇ ਨਾਲ ਹੀ ਉਹ ਜਿਹੜੀਆਂ ਚੱਲਦੀਆਂ ਸਨ। ਇਹ ਜਿਵੇਂ ਤੁਸੀਂ ਵੇਖ ਰਹੇ ਹੋ, ਇਹਨੂੰ ਲੱਕੜੀ 'ਚ ਅੱਗ ਦੇ ਵਿੱਚ ਪਕਾ ਕੇ ਇਹਨੂੰ ਇੱਕ ਬੂਰਾ ਵਗੈਰਾ ਲਾ ਕੇ ਗੁਲੇਲ ਦੇ ਵਿੱਚ ਚਲਾਇਆ ਜਾਂਦਾ ਸੀ। ਔਰ ਜਦੋਂ ਗੋਲੀ ਚੱਲਦੀ ਸੀ ਤੇ ਕਈ ਜਿਹੜੇ ਲੋਕ ਆ ਉਹਨਾਂ ਨੂੰ ਜ਼ਖਮੀ ਕਰਦੀ ਸੀ। ਇਹ ਰਿੜ ਕੇ ਜਿਵੇਂ ਜਾਂਦੀ ਦੂਰ ਤੇ ਇਹਦੇ ਚੰਗਿਆੜੇ ਨਿਕਲਦੇ ਸਨ। ਔਰ ਇਹੋ ਜਿਹੇ ਭਾਰੇ ਜਿਹੜੇ ਪੱਥਰ ਦੇ ਗੋਲੇ ਵੀ ਮਿਲੇ ਆ। ਔਰ ਕਾਫੀ ਗਿਣਤੀ ਦੇ ਵਿੱਚ ਜਿਹੜੀ ਭਾਰਤੀ ਲੋਕਾਂ ਨੇ ਬਗਾਵਤ ਕਰਕੇ ਜਿਹੜਾ ਕਨਿਸ਼ਕ ਦਾ ਸਾਮਰਾਜ ਸੀਗਾ ਉਹ ਤਬਾਹ ਕਰ ਦਿੱਤਾ। ਇਸ ਤਰ੍ਹਾਂ ਦੀਆਂ ਗੁਲੇਲ ਟਾਈਪ ਬਣੀਆਂ ਹੁੰਦੀਆਂ ਸੀ। ਇਹਨਾਂ ਨੂੰ ਅੱਗ 'ਚ ਪਕਾ ਕੇ ਜਦੋਂ ਦੁਸ਼ਮਣ 'ਤੇ ਛੱਡਿਆ ਜਾਂਦਾ ਸੀ ਤੇ ਦੁਸ਼ਮਣ ਨੂੰ ਉਹ ਕਈ ਜ਼ਖਮੀ ਕਰਦੀਆਂ ਸਨ। ਔਰ ਜਦੋਂ ਅੱਗ ਦੇ ਗੋਲੇ ਨਾਲ ਦੁਸ਼ਮਣ ਜ਼ਖਮੀ ਹੋਇਆ ਤੇ ਲੜਨ ਦੇ ਲਾਇਕ ਨਹੀਂ ਸੀ ਰਹਿ ਜਾਂਦਾ। ਇੱਕ ਹੋਰ ਔਰ ਬਹੁਤ ਹੀ ਪੱਕੀ ਮਜ਼ਬੂਤ ਇੱਟ ਦਾ ਜਿਹੜਾ ਟੁਕੜਾ ਟੁੱਟੀ ਭੱਜੀ ਭਾਵੇਂ ਮਿਲਿਆ। ਹੋਰ ਵੀ ਇੱਦਾਂ ਦੇ ਹੈਗੇ ਨੇ ਜਿਹੜੇ ਇੱਥੋਂ ਗੋਲ ਚੀਜ਼ਾਂ ਮਿਲਦੀਆਂ ਨੇ, ਸ਼ਾਇਦ ਥੱਲਿਓਂ ਕਿਸੇ ਦੁਆਰਾ ਚਲਾਈਆਂ ਗਈਆਂ ਗੋਲੀਆਂ ਨੇ, ਜਾਂ ਇੱਕ ਕਨਿਸ਼ਕ ਦੀ ਜਿਹੜੀ ਫੌਜ ਸੀਗੀ ਚੀਨੀ ਹਮਲਾਵਰ ਦੀ, ਉਹਦੇ ਲਈ ਇੱਥੇ ਜਿਹੜਾ ਹਥਿਆਰਬੰਦ ਸਮਾਨ ਬਣਦਾ ਸੀਗਾ। ਕਾਫੀ ਗਿਣਤੀ 'ਚ ਚੱਕ ਵੀ ਮਿਲ ਰਹੇ ਨੇ। ਔਰ ਕਨਿਸ਼ਕ ਦੀਆਂ ਬਸਤੀਆਂ ਜਿਹੜੀਆਂ ਉਹ ਭਾਰਤੀ ਲੋਕਾਂ ਨੇ ਬਗਾਵਤ ਕਰਕੇ ਉਜਾੜ ਦਿੱਤੀਆਂ। ਚਲੋ ਜਤਿੰਦਰ ਜੀ, ਜੇ ਇਹ ਹਜ਼ਾਰਾਂ ਸਾਲ ਪੁਰਾਣਾ ਇਹ ਥੇ ਆ ਕਿਲ੍ਹਾ ਵਾ, ਤੇ ਜਿਹੜੇ ਮੁਗਲ ਕਾਲ ਵੇਲੇ ਦੇ ਸਿੱਕੇ ਇੱਥੇ ਕਿਉਂ ਮਿਲ ਰਹੇ ਨੇ, ਇਹਨਾਂ ਬਾਰੇ ਕੋਈ ਜਾਣਕਾਰੀ ਸਾਨੂੰ ਦਿਓ ਥੋੜ੍ਹੀ ਜੀ। ਲਾਲੀ ਜੀ, ਕਾਫੀ ਸੰਭਾਵਨਾਵਾਂ ਨੇ ਇਹਦੇ ਬਾਰੇ। ਔਰ ਜ਼ਿਆਦਾਤਰ ਜਿਹੜੀ ਸਭ ਤੋਂ ਵੱਡੀ ਸੰਭਾਵਨਾ, ਕਿਉਂਕਿ ਚੀਨਾ ਲਫ਼ਜ਼ ਤੋਂ ਵਿਗੜ ਕੇ ਸ਼ੀਨਾ ਬਣਿਆ ਆ ਔਰ ਸ਼ੀਨਿਆਂ ਵਾਲਾ ਥੇ ਇਸੇ ਕਰਕੇ ਕਿਹਾ ਜਾਂਦਾ ਕਿ ਕੋਈ ਕਨਿਸ਼ਕ ਇੱਕ ਇਹੋ ਜਿਹਾ ਹਮਲਾਵਰ ਸੀ ਜਿਹੜਾ ਭਾਰਤ 'ਤੇ ਆਇਆ। ਭਾਰਤੀ ਲੋਕਾਂ ਨੇ ਕਾਫੀ ਇਹਦੇ ਸਬੂਤ ਮਿਲਦੇ, ਕਿਉਂਕਿ ਇਹੋ ਜਿਹੇ ਥਿਆਂ ਤੋਂ ਉਹਦੀਆਂ ਇਹੋ ਜਿਹੇ ਬੁੱਤ ਜਾਂ ਮੂਰਤੀਆਂ ਮਿਲਣਗੀਆਂ ਜਿਨ੍ਹਾਂ ਦੇ ਬਾਹਾਂ ਕੱਟੀਆਂ ਨੇ, ਸਿਰ ਉਹਨਾਂ ਦੇ ਹੈ ਨਹੀਂ ਗੇ।
ਉਹ ਲੋਕਾਂ ਨੇ ਉਹਦੀਆਂ ਮੂਰਤੀਆਂ ਜਿਹੜੀਆਂ ਨਫ਼ਰਤ ਕਾਰਨ ਤੋੜ ਦਿੱਤੀਆਂ, ਉਹਦੇ ਸਿਰ ਜਿਹੜੇ ਵੱਢ ਤੋੜ ਕੇ ਉਹਦੀਆਂ ਮੂਰਤੀਆਂ ਥੀਹਾਂ ਦੇ ਵਿੱਚ ਸੁੱਟ ਦਿੱਤੀਆਂ। ਅਜੇ ਵੀ ਜਿਹੜੀਆਂ ਨਾਰਥ ਇੰਡੀਆ ਜਾਂ ਉੱਤਰ ਪ੍ਰਦੇਸ਼ ਵੱਲ ਜਿਹੜੀਆਂ ਖੁਦਾਈ ਇਹੋ ਜਿਹੇ ਥੀਹਾਂ ਦੀ ਹੁੰਦੀ, ਉੱਥੇ ਕ੍ਰਿਸ਼ਕ ਦੀਆਂ ਮੂਰਤੀਆਂ ਜਾਂ ਬੁੱਤ ਮਿਲਦੇ ਨੇ ਜਿਨ੍ਹਾਂ ਦੀ ਕਿਸੇ ਦੀ ਬਾਹਾਂ ਹੈ ਨਹੀਂ, ਕਿਸੇ ਦਾ ਸਿਰ ਹੈ ਨਹੀਂ। ਔਰ ਜਿਹੜੇ ਮੁਗਲ ਕਾਲ ਵੇਲੇ ਦੇ ਸਿੱਕੇ ਤੁਸੀਂ ਮਿਲਣ ਦੀ ਗੱਲ ਕੀਤੀ ਇੱਥੋਂ, ਕਿਉਂਕਿ ਕਾਫੀ ਉੱਚਾ ਸੀ ਇੱਥੇ, ਸੁਰੱਖਿਆ ਦੇ ਪੱਖ ਦੇ ਵਿੱਚੋਂ ਇਹ 25 ਤੋਂ 30 ਮੀਟਰ ਉੱਚਾ ਆ, ਸ਼ਾਇਦ ਵਿਚਕਾਰੋਂ ਜ਼ਿਆਦਾ ਵੀ ਹੋਵੇ। ਔਰ ਜਿਹੜੀਆਂ ਵੀ ਹਮਲਾਵਰ ਫੌਜਾਂ ਇੱਥੇ ਨਾਰਥ ਇੰਡੀਆ 'ਚ ਆ ਰਹੀਆਂ, ਪੰਜਾਬ ਜਿਹੜਾ ਪ੍ਰਵੇਸ਼ ਦੁਆਰ ਸੀਗਾ ਇਹਨਾਂ ਹਮਲਾਵਰਾਂ ਦਾ, ਔਰ ਇਹਦਾ ਉੱਚਾ ਵੇਖ ਕੇ ਇੱਥੇ ਸੁਰੱਖਿਆ ਦੇ ਪੱਖ ਤੋਂ ਇਹਦੇ ਉੱਪਰ ਡੇਰੇ ਲਾਉਂਦੀਆਂ ਰਹੀਆਂ ਨੇ। ਔਰ ਇੱਥੇ ਛੋਟੀ ਮੋਟੀਆਂ ਝੜਪਾਂ ਜਾਂ ਯੁੱਧ ਵੀ ਹੁੰਦੇ ਰਹੇ ਹੋਣਗੇ ਜਦੋਂ ਫੌਜਾਂ ਨੇ ਡੇਰੇ ਲਾਉਣੇ ਆ। ਅਤੇ ਜਿਹੜੀ ਕਬੀਲਾਵਾਰ ਸੀ ਪੰਜਾਬੀਆਂ ਦੀ, ਸਾਡੀ ਅਜੇ ਤੱਕ ਮਸ਼ਹੂਰ ਹੋਈ ਆ, ਔਰ ਉਹ ਕਬੀਲਾ ਯੁੱਧ ਵੀ ਇੱਥੇ ਹੁੰਦੇ ਹੋਣਗੇ ਜ਼ਰੂਰ। ਔਰ ਮੁਗਲ ਕਾਲ ਵੇਲੇ ਦੇ ਜਿਹੜੇ ਸ਼ਾਇਦ ਮੁਗਲ ਕਾਲ ਤੋਂ ਪਹਿਲਾਂ ਦੇ ਸਿੱਕੇ ਨੇ ਉਹ ਜਿਹੜੇ ਇੱਥੇ ਮਿਲ ਰਹੇ ਆ, ਉਰਦੂ ਦੇ ਵਿੱਚ, ਫਾਰਸੀ ਦੇ ਵਿੱਚ ਕੋਈ ਲਿਖਿਆ ਉਹਨਾਂ 'ਤੇ। ਔਰ ਇਹੀ ਕਾਰਨ ਹੈ ਉਹਦਾ ਕਿ ਜਿਹੜੀਆਂ ਇਸਲਾਮਿਕ ਕਾਲ ਦੀਆਂ ਨਿਸ਼ਾਨੀਆਂ ਇੱਥੋਂ ਮਿਲ ਰਹੀਆਂ ਨੇ, ਉਹਨਾਂ ਦੇ ਮਿਲਣ ਦਾ ਕਾਰਨ ਆ ਕਿ ਉੱਚਾ ਥੇ ਵੇਖ ਕੇ ਇੱਥੋਂ ਜਿਹੜੀ ਇਸਲਾਮਿਕ ਹਮਲਾਵਰਾਂ ਦੀ ਫੌਜ ਕਈ ਮਹੀਨੇ ਇੱਥੇ ਡੇਰਾ ਲਾਉਂਦੀ ਹੋਏਗੀ, ਕਿਉਂਕਿ ਇਹਦੇ 'ਤੇ ਚੜ੍ਹਨਾ ਸੌਖਾ ਨਹੀਂ ਸੀ। ਅੱਜ ਵੀ ਬਹੁਤ ਮੁਸ਼ਕਿਲ ਨਾਲ ਚੜ੍ਹ ਕੇ ਆਏ ਆ, ਤੁਹਾਨੂੰ ਇੱਕੋ ਹੀ ਛੋਟਾ ਜਿਹਾ ਰਾਹ ਆ। ਔਰ ਇਹਦੇ ਦੁਆਲੇ ਮੋਹੜੀਆਂ ਗੱਡੀਆਂ ਜਾਂਦੀਆਂ ਸਨ, ਵਿਸ਼ਾਲ ਦੀਵਾਰਾਂ ਸੀ ਬਣੀਆਂ ਹੁੰਦੀਆਂ ਜਿਹੜੀਆਂ ਇੱਟ ਵਗੈਰਾ ਚੱਲ ਰਹੀਆਂ ਨੇ, ਇਹਨਾਂ ਦੇ ਵਿਸ਼ਾਲ ਇੱਕ ਕਿਲੇ ਦਾ ਰੂਪ ਦੇ ਦਿੱਤਾ ਜਾਂਦਾ ਸੀ ਇਹਨਾਂ ਸ਼ਹਿਰਾਂ ਨੂੰ ਬਾਹਰੋਂ। ਔਰ ਉੱਪਰੋਂ ਬਾਂਸਾਂ ਦੇ ਲਚਕੀਲੇ ਬਾਂਸ ਲੈ ਕੇ ਉਹਨਾਂ 'ਤੇ ਗੋਪੀਏ ਬੰਨ੍ਹ ਕੇ ਗਲੇਲ ਟਾਈਪ ਬਣਾ ਕੇ ਜਿਹੜੇ ਪੱਥਰ ਦੇ ਗੋਲੇ ਸੀ ਪਕਾ ਕੇ ਅੱਗ ਦੇ ਵਿੱਚ ਛੱਡੇ ਜਾਂਦੇ ਸੀ ਦੁਸ਼ਮਣ 'ਤੇ। ਇਸ ਤਰ੍ਹਾਂ ਦੁਸ਼ਮਣ ਉੱਪਰ ਨਹੀਂ ਸੀ ਆ ਸਕਦਾ। ਔਰ ਜਿਹੜੀਆਂ ਗੁਲੇਲਾਂ 'ਚ ਪਾ ਕੇ ਛੋਟੀਆਂ ਗੋਲੀਆਂ ਮੈਂ ਹੁਣੇ ਦਿਖਾ ਲਿਆ ਸੀ ਤੁਹਾਨੂੰ, ਇਹ ਵੀ ਚਲਾਈਆਂ ਜਾਂਦੀਆਂ ਸਨ। ਇਹਦਾ ਕਾਰਨ ਇਹੀ ਹੈ ਕਿ ਇਸਲਾਮਿਕ ਕਾਲ ਦੇ ਵੇਲੇ ਜਿਹੜੇ ਇਸਲਾਮਿਕ ਹਮਲਾਵਰ ਇੱਥੇ ਆਉਂਦੇ ਸਨ, ਉਹਨਾਂ ਦੀ ਫੌਜ ਇੱਥੇ ਆ ਕੇ ਡੇਰੇ ਲਾਉਂਦੀ ਰਹੀ ਆ। ਚਲੋ ਜੀ। बड़ी खतरनाक ट्रैकिंग पहाड़ा दे ट्रैकिंग करनी दी और बहुत खतरनाक तिखा मोड़ है। इधर डूंगी खाई है, एक खाई है जी पानी का वहा पैन के खाई बन गई डूंगी, और काफ़ी तिखा मोड़ है, संभल के उतरना पैना। दोस्तों मिट्टी के बर्तनों की टुट भुज काफ़ी मिल रही है। और डॉक्टर रोमिला थापर की जी खोज है इन्होंने थेहां बारे, वो दसते हैं कि जदों प्राचीन समय दे विच भारती लोग संस्कार नहीं सी करते, कबरां बनाउंदे सी, उहदे नाल उहदी मिट्टी के बर्तनों की टुट भज ते कबर उहदी बनदी सीगी, जिथे समाध बनदी सी उहनूं दबाया जांदा सी। उहदे नाल ही उहदे जिहड़े बैल ऊठ घोड़े हुंदे उहनां नूं भी दबा दित्ता जांदा सी, उहदे सिक्के वगैरह सारा धन भी जिहड़ा नाल दबा दित्ता जांदा सी। और इस तरह एक कबर दे उत्ते दूजी कबर बनदी जांदी और एक बहुत वड्डा माउंड एक टिल्ला बन जांदा सी। और इत्थे काफ़ी जिहड़ी ना मिट्टी के बर्तनों की टुट भज हेठों तो लैके जिहड़ी उपर तक मिल रही है। हो सकता है कि डॉक्टर रोमिला थापर दे जिहड़े वो विचारां दे मुताबिक ही उदों दी समाधियां होण, क्योंकि उदों और ऊठां दे बैलां दे घोड़ियां दे मनुक्खां दे हर उम्र दे मनुक्खां दे जिहड़े इत्थों पिंजर ने छोटे वड्डे काफ़ी वड्डी गिनती दे विच जिहड़े ना मिल रहे ने। और डॉक्टर रोमिला थापर के शब्दों में फिर दोहरा जां कि वो प्राचीन समय दे विच जिहड़ी इत्थे कबरां बनदियां सन, हेठां बंदे नूं मिट्टी दे टुट भज दी बर्तनां दे उत्ते लिटा के उहदे उपर फिर मिट्टी दे जिहड़े बर्तन सी उन्हां दी टुट भज उहदे ऊठ घोड़े बैल जिहड़े बहुते उत्थों दे उदों दे लोग सी उन्हां दे विचारां दे मुताबिक उत्थे नाल ही दबा दित्ते जांदे सन। और उहदा धन भी इत्थों सिक्के वगैरह काफ़ी मिले ने तांबे दे, हो सकता उन्हां दी मेथे ते टुकवी होए लागू होए। सब तो विशेष गल जी चल के सब तो विशेष गल जी इस थे दी आ, और होर भी थे जिहड़े माझे दे विच मैं वेखे ने उन्हां च ये कि जिवें बंडाले वाला थे आ उत्थे एक बहुत विशाल किला जिहड़ा इन्हां इट्टां दा 1 बाई 1.5 फुट दी इट्टां दा मिलिया आ।
ਔਰ ਇੱਥੇ ਕੋਈ ਉਸਾਰੀ ਨਹੀਂ ਮਿਲ ਰਹੀ, ਪਰ ਮਿੱਟੀ ਦੇ ਬਰਤਨਾਂ ਦੀ ਜਿਹੜੀ ਟੁੱਟ ਭੱਜ ਆ ਉਹਦੀ ਕਈ ਪਰਤਾਂ ਬਣੀਆਂ ਨੇ। ਇਹ ਦੇਖ ਰਹੇ ਹੋ ਤੁਸੀਂ, ਮਿੱਟੀ ਦੇ ਬਰਤਨਾਂ ਦੀ ਟੁੱਟ ਭੱਜ ਜਿਹੜੀ ਇਹਦੀਆਂ ਕਈ ਪਰਤਾਂ ਬਣੀਆਂ ਨੇ, ਉਹ ਵੀ ਆ ਵੀ ਦਿਖਾਓ। ਔਰ ਇਹ ਹੇਠੋਂ ਤੋਂ ਲੈ ਕੇ ਉੱਪਰ 30 ਮੀਟਰ ਤੱਕ ਜਿਹੜੀ ਇਹ ਬਹੁਤ ਸਾਰੀਆਂ ਪਰਤਾਂ ਜਿਹੜੀਆਂ ਮਿੱਟੀ ਦੇ ਬਰਤਨਾਂ ਦੀਆਂ ਬਣੀਆਂ ਨੇ। ਹੋ ਸਕਦਾ ਆ ਕਿ ਇਹ ਜਿਹੜੀਆਂ ਉਦੋਂ ਦੀਆਂ ਕਬਰਾਂ ਹੋਣ ਜਾਂ ਸੀ। ਉਹ ਵੇਖੋ ਇੱਕ ਦੀਵਾ ਪਿਆ, ਦੀਵਾ ਜਿਹੜਾ ਆ ਉਹ ਮਿੱਟੀ ਦੇ ਵਿੱਚ। ਹੋ ਸਕਦਾ ਕਿਸੇ ਦਾ ਘਰ ਹੋਵੇ ਉਦੋਂ ਜਿਹੜਾ ਉਹ ਕੁਦਰਤੀ ਆਫਤ ਦੇ ਨਾਲ ਤਬਾਹ ਹੋ ਗਿਆ। ਆ ਜਾਓ ਚੱਲੀਏ ਜੀ। ਔਰ ਇਹ ਜਿਹੜੀਆਂ ਸਾਰੀਆਂ ਪਰਤਾਂ ਇਹਦੀਆਂ ਬਣੀਆਂ ਨੇ ਹੇਠੋਂ ਤੋਂ ਉੱਪਰ ਤੱਕ, ਇਹ ਤੁਸੀਂ ਵੇਖ ਰਹੇ ਹੋ। ਇੱਥੋਂ ਇੱਕ ਵਿਊ ਵਿਖਾਓ ਇਹਦਾ ਉੱਪਰ ਤੱਕ। ਇਹ ਵੱਖ-ਵੱਖ ਮਿੱਟੀ ਦੇ ਬਰਤਨ ਜਿਹੜੇ ਪੱਕੀ ਮਿੱਟੀ ਦੇ ਟੁੱਟ ਭੱਜ ਆ ਉਹਨਾਂ ਦੀਆਂ ਨੇ। ਇਹਦੇ ਵਿੱਚ ਇੱਟਾਂ ਵੀ ਹੈਗੀਆਂ ਨੇ ਉਸ ਵੇਲੇ ਦੀਆਂ। ਦੀਵੇ ਬਹੁਤ ਨੇ, ਔਰ ਦੀਵੇ ਬਲਦੇ ਹੋਣਗੇ ਜਦੋਂ ਇਹ ਸ਼ਹਿਰ ਤਬਾਹ ਹੋਇਆ। ਮਾੜਾ ਜਿਹਾ ਬੰਦ ਕਰੀ ਹੈਗਾ ਧੁੱਪ ਕਰਕੇ ਦੋਸਤੋ ਤੁਸੀਂ ਵੇਖ ਸਕਦੇ ਹੋ, ਜਦੋਂ ਇਹ ਸ਼ਹਿਰ ਤਬਾਹ ਹੋਇਆ ਹੋਏਗਾ ਤੇ ਮਿੱਟੀ ਦੇ ਬਰਤਨ ਹੀ ਜਿਹੜੇ ਉਹ ਸਜਾ ਕੇ ਜਿਵੇਂ ਰੱਖੇ ਆ, ਤੁਸੀਂ ਉਹ ਦੇਖ ਸਕਦੇ ਜੋ ਉੱਪਰ ਵੀ ਉਹ ਕਿਵੇਂ ਲਾਈਨ ਵਾਈਜ਼ ਇੱਕ ਦੂਜੇ ਉੱਤੇ ਮਿੱਟੀ ਦੇ ਬਰਤਨ ਅਜੇ ਵੀ ਉਹ ਇੱਥੇ ਇਹਦੇ ਵਿੱਚ ਮੌਜੂਦ ਨੇ। ਔਰ ਜਿੱਦਾਂ ਇਹ ਬਰਤਨ ਸਜਾ ਕੇ ਰੱਖੇ ਆ ਜਾਂ ਹੋਰ ਚੀਜ਼ਾਂ ਇੱਥੋਂ ਮਿਲ ਰਹੀਆਂ ਨੇ, ਮੈਨੂੰ ਲੱਗ ਰਿਹਾ ਆ ਕਿ ਇਹ ਉਹ ਵੇਖੋ ਕਾਫੀ ਵੱਡੀ ਗਿਣਤੀ 'ਚ ਦੀਵੇ ਜਿਹੜੇ ਇੱਥੇ ਚੱਕ ਹੋਏਗਾ ਉੱਥੇ ਦੀਵੇ ਬਣਦੇ ਹੋਣਗੇ। ਆਹ ਵੇਖੋ ਦੀਵੇ ਹੀ ਦੀਵੇ ਪਏ ਨੇ ਉਸ 'ਤੇ। ਔਰ ਇਹ ਸ਼ਹਿਰ ਜਾਂ ਅਚਾਨਕ ਛੱਡ ਕੇ ਭੱਜਣਾ ਗਿਆ ਪਿਆ ਹੋਏਗਾ, ਜਿਵੇਂ ਕਨਿਸ਼ਕ ਦੀਆਂ ਜਿਹੜੀਆਂ ਬਸਤੀਆਂ ਸੀ ਜਦੋਂ ਭਾਰਤੀ ਕਬੀਲਿਆਂ ਨੇ ਹਮਲੇ ਕੀਤੇ ਤਾਂ ਉਹ ਅਚਾਨਕ ਹੀ ਜੜੀਆਂ ਨੇ, ਅਚਾਨਕ ਉਹਦਾ ਜਿਹੜਾ ਉਹ ਛੱਡ ਕੇ ਉਹਨਾਂ ਬਸਤੀਆਂ ਨੂੰ ਨਿਕਲਣਾ ਪਿਆ ਪੂਰੇ ਨਾਰਥ ਇੰਡੀਆ 'ਚ ਨੇ। ਔਰ ਇਹ ਵੀ ਬਰਤਨਾਂ ਦੀ ਜਿਹੜੇ ਸਜਾ ਕੇ ਰੱਖੇ ਸੀ ਅਜੇ ਤੱਕ ਉਸੇ ਤਰ੍ਹਾਂ ਪਏ ਨੇ। ਹੋ ਸਕਦਾ ਕੋਈ ਦੀਵੇ ਜਗ ਰਹੇ ਹੋਣ ਇੱਥੇ ਜਦੋਂ, ਕਿਉਂਕਿ ਹਮਲੇ ਰਾਤਾਂ ਨੂੰ ਹੁੰਦੇ ਸਨ ਉਦੋਂ ਜਦੋਂ ਇਹ ਸ਼ਹਿਰ ਤਬਾਹ ਹੋਇਆ। ਦੋਸਤੋ, ਮੈਨੂੰ ਅੱਜ ਇਸ ਵਿਸ਼ੇ 'ਤੇ ਮੈਂ ਗੱਲ ਕਰ ਰਿਹਾ ਸਿੰਧ ਘਾਟੀ ਦੀ ਸੱਭਿਅਤਾ ਵੇਲੇ ਦੇ ਨਗਰ। ਸਿੰਧ ਘਾਟੀ ਦੀ ਸੱਭਿਅਤਾ ਵੇਲੇ ਦੇ ਨਗਰ ਤਬਾਹ ਹੋਏ ਔਰ ਉਹਨਾਂ ਬਾਰੇ ਮੈਂ ਗੱਲ ਕਰਨੀ ਜਾ ਰਿਹਾ। ਇਹਦੇ ਲਈ ਮੈਂ ਜਿਹੜੀਆਂ ਆਪਣੀਆਂ ਸਹਾਇਕ ਪੁਸਤਕਾਂ ਸਨ ਆਪਣੀ ਘਰੇਲੂ ਲਾਇਬ੍ਰੇਰੀ ਦੇ ਵਿੱਚੋਂ ਲੱਭ ਕੇ ਰੱਖੀਆਂ ਸਨ, ਜਿਨ੍ਹਾਂ ਨੂੰ ਲਗਾਤਾਰ ਮੈਂ ਪੜ੍ਹਦਾ ਰਿਹਾ। ਔਰ ਇਸ ਤੋਂ ਇਲਾਵਾ ਮੈਂ ਕਾਫੀ ਖੋਜਬੀਨ ਜਿਹੜੀ ਇਹਨਾਂ ਨਗਰਾਂ 'ਤੇ ਇਹਨਾਂ ਥਾਵਾਂ 'ਤੇ ਜਾ ਕੇ ਕੀਤੀ ਆ ਆਪਣੇ ਲੈਵਲ 'ਤੇ। ਔਰ ਮੈਂ ਕਿਤਾਬਾਂ ਕਿਉਂਕਿ ਤੁਹਾਡੀ ਜਾਣ ਪਛਾਣ ਕਰਾਉਣ ਲਈ ਵੈਸੇ ਮੈਂ ਪਜ਼ਲ ਹੋ ਗਿਆ ਕਿ ਕਿਹੜੀ ਕਿਤਾਬ ਦੀ ਗੱਲ ਕਰਾਂ ਅਤੇ ਕਿਹਨੂੰ ਆਪਣੇ ਕੇਂਦਰ ਦੇ ਵਿੱਚ ਰੱਖਾਂ ਗੱਲ ਕਰਨ ਵੇਲੇ। ਪਰ ਮੈਂ ਹੁਣ ਸੋਚਿਆ ਕਿ ਦੋਸਤਾਂ ਦੀ ਜਾਣ ਪਛਾਣ ਇਹਨਾਂ ਕਿਤਾਬਾਂ ਨਾਲ ਕਰਵਾ ਦੇਣਾ ਆ। ਵਿਵੇਕ ਰਾਜ ਦੀ ਇਹ ਪੁਸਤਕ ਇੰਡੀਅਨ ਹਿਸਟਰੀ ਐਂਸ਼ੀਅੰਟ ਟਾਈਮ, ਔਰ ਇਹ ਹਿਸਟਰੀ ਆਫ ਇੰਡੀਆ ਸਤੀਸ਼ ਚੰਦਰ, ਹਿੰਦੂ ਮਿਥਿਹਾਸ ਕੋਸ਼, ਸਿੰਧੂ ਸਭਿਅਤਾ, ਕਿਰਨ ਕੁਮਾਰ ਵਲਿਆਸ, ਡਾਕਟਰ ਸੰਕਟਾ ਪ੍ਰਸਾਦ, ਹਿਸਟਰੀ ਆਫ ਐਂਸ਼ੀਅੰਟ ਇੰਡੀਆ, ਰਾਧੇ ਸ਼ਾਮ ਚੌਰਸੀਆ। ਔਰ ਇਸ ਤੋਂ ਇਲਾਵਾ ਡਾਕਟਰ ਰੋਮਿਲਾ ਥਾਪਰ ਦੀਆਂ ਜਿਹੜੀਆਂ ਪ੍ਰਾਚੀਨ ਇਤਿਹਾਸ ਬਾਰੇ ਕਿਤਾਬਾਂ ਨੇ, ਕਾਫੀ ਪਾਪੂਲਰ ਨੇ ਪ੍ਰਾਚੀਨ ਇਤਿਹਾਸ ਤੋਂ। ਔਰ ਇੰਡੀਅਨ ਗਾਈਡ ਜਿਹੜੀ ਐਂਸ਼ੀਅੰਟ ਥਾਵਾਂ ਬਾਰੇ, ਜਿੱਥੇ ਟਰੈਵਲ ਬਾਰੇ ਕਾਫੀ ਇਹ ਪ੍ਰਾਚੀਨ ਇਤਿਹਾਸ ਦੀਜੇਂਦਰ ਨਾਰਾਇਣ ਝਾ। ਔਰ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੇ, ਕਿਉਂਕਿ ਮੈਨੂੰ ਗੱਲ ਕਰਨੀ ਪਵੇਗੀ ਪ੍ਰਾਚੀਨ ਬਾਈਬਲ ਦਾ ਵੀ ਹਵਾਲਾ ਦੇਣਾ ਪਵੇਗਾ। ਬਾਈਬਲ ਇੱਕ ਬਹੁਤ ਹੀ ਪ੍ਰਾਚੀਨ ਟੈਕਸਟ ਹੈ, ਕਾਫੀ ਹਿਸਟੋਰਿਕ ਆ, ਈਸਾਈ ਧਰਮ ਦਾ ਜਿਹੜਾ ਉਹ ਰਿਲੀਜੀਅਸ ਗ੍ਰੰਥ ਵੀ ਆ।
ਔਰ ਬਹੁਤ ਸਾਰੀ ਹਿਸਟਰੀ ਇਸ ਕਿਤਾਬ ਦੇ ਵਿੱਚੋਂ ਸਾਨੂੰ ਜਿਹੜੀ ਮਿਲ ਸਕਦੀ ਆ। ਸੋ ਮੈਂ ਕਿਤਾਬਾਂ ਵੇਖ ਕੇ ਇੱਕ ਤਰ੍ਹਾਂ ਨਾਲ ਪਜ਼ਲ ਹੋ ਗਿਆ ਸੀ ਕਿ ਕਿਹੜੀ ਕਿਤਾਬ ਦਾ ਜ਼ਿਕਰ ਕਰਾਂ, ਕਿਹਦੇ 'ਚੋਂ ਕਿਹੜਾ ਹਵਾਲਾ ਦੇਵਾਂ। ਮੈਂ ਕਾਫੀ ਹਵਾਲੇ ਕੱਢ ਕੇ ਰੱਖੇ ਸੀ, ਪਰ ਹੁਣ ਮੈਂ ਫੈਸਲਾ ਕੀਤਾ ਕਿ ਮੈਂ ਉਸੇ ਆਧਾਰ 'ਤੇ ਗੱਲ ਕਰਾਂਗਾ ਜਿਹੜਾ ਮੇਰੀ ਆਪਣੀ ਖੋਜਬੀਨ ਦੇ ਵਿੱਚ ਆਇਆ, ਜਿਹੜਾ ਇੱਕ ਨਿਚੋੜ ਮੈਂ ਇਸ ਟੈਕਸਟ ਦੇ ਵਿੱਚੋਂ, ਇਹਨਾਂ ਪੁਸਤਕਾਂ 'ਚੋਂ ਜਾਂ ਥੇਹਾਂ ਦੀ ਖੋਜਬੀਨ ਜਿਹੜੀ ਕਈ ਸਾਲ ਕਰਕੇ ਮੈਂ ਉਹ ਕੀਤਾ ਵਾ, ਨਿਚੋੜ ਹਾਸਲ ਕੀਤਾ ਉਹਦਾ ਨਤੀਜੇ 'ਤੇ ਜਿਸ 'ਤੇ ਵੀ ਗਿਆ, ਉਹਨੂੰ ਆਧਾਰ ਦੇ ਵਿੱਚ ਕੇਂਦਰ ਬਿੰਦੂ 'ਚ ਰੱਖ ਕੇ ਗੱਲ ਕਰਾਂਗਾ। ਦੋਸਤੋ, ਜਿਹੜੀ YouTube 'ਤੇ ਜਾਂ ਹੋਰ ਟੈਕਸਟ ਬਹੁਤ ਮਿਲ ਜਾਂਦੀ ਆ ਸਿੰਧ ਘਾਟੀ ਦੀ ਸੱਭਿਅਤਾ ਬਾਰੇ, ਹੜੱਪਾ ਕਾਲ ਦੇ ਸ਼ਹਿਰਾਂ ਬਾਰੇ, ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ, ਪਰ ਜ਼ਿਆਦਾਤਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਕੋਈ ਨਵਾਂਪਨ ਨਹੀਂ, ਬਸ ਰੈਪੀਟੇਸ਼ਨ ਆ। ਜਿਸ ਤਰ੍ਹਾਂ ਇੱਕ ਨੇ ਕਿ ਉਹ ਨਗਰ ਬਹੁਤ ਯੋਜਨਾਬੱਧ ਤਰੀਕੇ ਨਾਲ ਬਣੇ ਸਨ, ਉੱਥੋਂ ਦੇ ਰਹਿਣ ਸਹਿਣ ਬਹੁਤ ਉੱਚਾ ਸੁੱਚਾ ਸੀਗਾ। ਸੋ ਕਈ ਤਰ੍ਹਾਂ ਦੀਆਂ ਬਹੁਤ ਵਿਕਸਿਤ ਨਗਰ ਸੀਗੇ, ਕਈ ਤਰ੍ਹਾਂ ਦੀਆਂ ਲਗਭਗ ਇਹੋ ਜਿਹੀਆਂ ਰੈਪੀਟੇਸ਼ਨ ਵਾਲੀਆਂ ਗੱਲਾਂ ਹੀ ਸਾਰਿਆਂ ਦੇ ਵਿੱਚ ਵੇਖਣ ਨੂੰ ਮਿਲਦੀਆਂ। ਪਰ ਮੇਰੇ ਅਧਿਐਨ ਦਾ ਅੱਜ ਜਿਹੜਾ ਵਿਸ਼ਾ ਹੈ, ਮੈਂ ਤੁਹਾਨੂੰ ਉਸ ਨਗਰ ਦੀ ਇੱਕ ਤਬਾਹ ਹੋਈ ਸ਼ਹਿਰ ਦੀ ਸੈਰ ਵੀ ਕਰਾਵਾਂਗਾ, ਉੱਥੋਂ ਕੀ ਮਿਲਦਾ ਆ, ਕੀ ਮਿਲਿਆ ਵਾ। ਪਰ ਮੇਰੇ ਅਧਿਐਨ ਦਾ ਮੁੱਖ ਵਿਸ਼ਾ ਇਹ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ ਕੀ ਸੀ ਔਰ ਇਹ ਕਿਵੇਂ ਤਬਾਹ ਹੋਈ। ਔਰ ਸਭ ਤੋਂ ਵੱਡਾ ਇਸ਼ੂ ਜਿਹੜਾ ਮੈਂ ਅੱਜ ਇੱਥੇ ਡਿਸਕਸ ਕਰਾਂਗਾ ਕਿ ਇਸ ਦੇ ਤਬਾਹ ਹੋਣ ਦਾ ਪੀਰੀਅਡ ਕੀ ਆ, ਇਹ ਕਿਹੜੇ ਸਮੇਂ ਵਿੱਚ ਤਬਾਹ ਹੋਈ, ਕੀ ਇਹ ਇੱਕੇ ਵਾਰ ਹੀ ਤਬਾਹ ਹੋ ਚੁੱਕੀ ਸੀ ਸਾਰੇ ਨਗਰ ਜਾਂ ਕਿਸੇ ਕੁਦਰਤੀ ਗਰੋਪੀ ਨਾਲ, ਜਾਂ ਹੌਲੀ ਹੌਲੀ ਜਿਹੜੇ ਆ ਨਗਰ ਤਬਾਹ ਹੁੰਦੇ ਗਏ ਸੱਭਿਅਤਾ, ਔਰ ਇਹਦੇ ਕਾਰਨ ਕੀ ਬਣੇ। ਜਿਹੜੇ ਮੇਨਲੀ ਇਹਦੇ ਕਾਰਨਾਂ ਨੂੰ ਡਿਸਕਸ ਕਰਨਾ ਜਿਹੜਾ ਉਹ ਮੈਂ ਅੱਜ ਕੋਸ਼ਿਸ਼ ਕਰਾਂਗਾ। ਦੋਸਤੋ, ਇਹ ਸਿੰਧ ਘਾਟੀ ਦੀ ਸੱਭਿਅਤਾ ਜਿਹੜੀ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਹ ਵਸਦੀ ਸੱਭਿਅਤਾ ਸੀ, ਔਰ ਕੁੱਗਵਾਸ ਦੇ ਬਹੁਤ ਹੀ ਵਿਕਸਿਤ ਨਗਰ ਸਨ। ਔਰ ਸੱਭਿਅਤਾਵਾਂ ਦਾ ਜਿਹੜਾ ਬਣਨਾ ਟੁੱਟਣਾ ਇੱਕ ਕੁਦਰਤ ਦਾ ਨਿਯਮ ਆ, ਇਹਦੇ 'ਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ, ਕਿਉਂਕਿ ਜਿਉਂ ਸੱਭਿਅਤਾ ਵਿਕਾਸ ਕਰਦੀ ਆ ਤਾਂ ਜਿਹੜੀ ਪ੍ਰਾਚੀਨ ਸੱਭਿਅਤਾ ਹੁੰਦੀ ਉਹਦੀ ਜਗ੍ਹਾ ਕੋਈ ਨਵੀਂ ਚੀਜ਼ ਜ਼ਰੂਰ ਲੈਂਦੀ ਹੈ। ਕੁਦਰਤ ਦਾ ਨਿਯਮ ਆ ਵਿਕਾਸ, ਜਿਵੇਂ ਕਾਰਲ ਮਾਰਕਸ ਨੇ ਵਿਰੁੱਧ ਵਿਕਾਸ ਦਾ ਜ਼ਿਕਰ ਕੀਤਾ ਆ। ਵਿਕਾਸ ਨਿਯਮ ਆ, ਬਦਲਾਅ ਔਰ ਚੇਂਜ ਇੱਥੇ ਜਿਹੜੀ ਆਉਣੀ ਆ, ਇਹ ਬਹੁਤ ਹੀ ਇੱਕ ਇੰਨੀ ਕੁ ਪ੍ਰਾਚੀਨ ਆ ਕਿ ਨਾ ਇੱਥੋਂ ਦੀ ਲਿਪੀ ਪੜ੍ਹੀ ਜਾਂਦੀ ਹੈ, ਨਾ ਕੋਈ ਜ਼ਿਆਦਾ ਜਾਣਕਾਰੀ ਮਿਲਦੀ ਆ ਸਿੰਧ ਘਾਟੀ ਦੀ ਸੱਭਿਅਤਾ ਬਾਰੇ। ਔਰ ਯੂਰਪੀਅਨ ਵਿਦਵਾਨਾਂ ਨੇ ਜਿਹੜੀ ਇਹਦੀ ਖੋਜ 19ਵੀਂ ਸਦੀ ਦੇ ਵਿੱਚ ਸ਼ੁਰੂ ਕੀਤੀ ਸੀਗੀ, ਕੁਝ ਖੁਦਾਈ ਕਰਕੇ। ਔਰ ਸਾਡੇ ਜਿਹੜੇ ਆਪਣੇ ਭਾਰਤੀ ਵਿਦਵਾਨ ਨੇ ਜਾਂ ਜਿਨ੍ਹਾਂ ਨੇ ਜੋ ਵੀ ਲਿਖਿਆ ਹੈ, ਉਹਨਾਂ ਨੇ ਯੂਰਪੀਅਨ ਵਿਦਵਾਨਾਂ ਦੀ ਖੋਜ ਨੂੰ ਹੀ ਆਧਾਰ ਬਣਾ ਕੇ ਲਿਖਿਆ। ਜਿਹੜੀਆਂ ਧਾਰਨਾਵਾਂ ਉਹਨਾਂ ਨੇ ਦੱਸ ਦਿੱਤੀਆਂ ਨੇ ਆਪਣੀ ਖੋਜ ਦੇ ਵਿੱਚ, ਜਿਹੜੀ ਹੁਣ ਤੱਕ ਦੀ ਖੋਜ ਹੈ ਬਸ ਉਹਦੇ ਦੁਆਲੇ ਹੀ ਘੁੰਮ ਰਹੀ ਆ। ਔਰ ਸਭ ਤੋਂ ਵੱਡਾ ਸਵਾਲ ਜਿਹੜਾ ਮੇਰੇ ਮਨ ਦੇ ਵਿੱਚ ਇਸ ਵੇਲੇ ਆ ਰਿਹਾ ਕਿ ਇਹ ਸੱਭਿਅਤਾ ਕਦੋਂ ਵਸਦੀ ਸੀ। ਬਹੁਤ ਸਾਰੇ ਵਿਦਵਾਨਾਂ ਦੇ ਮੁਤਾਬਕ ਕਿ 6000 ਸਾਲ ਪਹਿਲਾਂ, 5 ਤੋਂ 6000 ਸਾਲ ਪਹਿਲਾਂ ਇਸ ਸੱਭਿਅਤਾ ਦੇ ਜਿਹੜੇ ਨਗਰ ਵਸਦੇ ਸਨ। ਇਹ ਜਿਹੜੀ ਸਾਇੰਟੀਫਿਕ ਖੋਜ ਦੇ ਵਿੱਚ ਸਾਹਮਣੇ ਆਇਆ ਆ। ਤਾਂ ਕੀ ਇਹ ਸੱਭਿਅਤਾ ਜਿਹੜੀ ਆ ਇੱਕਦਮ ਤਬਾਹ ਹੋ ਗਈ? ਕਿਹੜੀ ਇਹੋ ਜਿਹੀ ਕੁਦਰਤੀ ਕਰੋਪੀ ਸੀ ਜਿਹਦੇ ਕਾਰਨ ਇਹ ਸੱਭਿਅਤਾ ਜਿਹੜੀ ਇਸ ਦੇ ਨਗਰ ਥੇਹਾਂ 'ਚ ਬਦਲ ਗਏ, ਖੰਡਰਾਂ 'ਚ ਬਦਲ ਗਏ? ਦੋਸਤੋ, ਇਹ ਸੱਭਿਅਤਾ ਜਿਹੜੀ ਸੀ, ਇਹ ਮੇਰੇ ਖਿਆਲ ਦੇ ਮੁਤਾਬਕ ਇਹਦੇ ਕਈ ਰੂਪ ਸਨ ਹੋਣ ਵਾਂਗ ਹੀ। ਜਿਵੇਂ ਸਿੰਧ ਘਾਟੀ ਦੀ ਸੱਭਿਅਤਾ ਦਾ ਜਿਹੜਾ ਹੜੱਪਾ ਸ਼ਹਿਰ ਆ, ਉੱਥੋਂ ਜਿਹੜੀ ਖੁਦਾਈ ਦੇ ਦੌਰਾਨ ਨਿਸ਼ਾਨੀਆਂ ਮਿਲੀਆਂ ਨੇ, ਜੋ ਵੀ ਸਟਰਕਚਰ ਮਿਲੇ ਨੇ, ਉਸ ਤੋਂ ਲੱਗ ਰਿਹਾ ਕਿ ਬਹੁਤ ਹੀ ਵਿਕਸਿਤ ਨਗਰ ਸੀਗਾ, ਕਾਫੀ ਵਿਕਸਿਤ ਨਗਰ ਸੀਗਾ, ਬਹੁਤ ਹੀ ਡਿਵੈਲਪ ਔਰ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਬਣਾਇਆ ਗਿਆ ਸੀ। ਪਰ ਮੇਰਾ ਆਪਣਾ ਮੰਨਣਾ ਹੈ ਕਿ ਉਸ ਵੇਲੇ ਦੇ ਸਾਰੇ ਨਗਰਾਂ 'ਤੇ ਇਹ ਜਿਹੜੀ ਗੱਲ ਆ ਉਹ ਲਾਗੂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਬਹੁਤ ਸਾਰੇ ਨਗਰ ਉਦੋਂ ਇਹ ਵੀ ਸਨ ਜਿਹੜੇ ਘੱਟ ਵਿਕਸਿਤ ਸਨ। ਜਿਹੜੇ ਕਈ ਕਬੀਲੇ ਇੱਦਾਂ ਦੇ ਸਨ ਜਿਨ੍ਹਾਂ ਦੇ ਨਗਰ ਜਿਹੜੇ ਆ ਉਹ ਬਿਲਕੁਲ ਸਧਾਰਨ ਤਰੀਕੇ ਦੇ ਨਾਲ ਬਣੇ ਹੋਏ ਸਨ। ਦੋਸਤੋ, ਇਹ ਜਿਹੜੀ ਸੱਭਿਅਤਾ ਸੀ, ਮੇਰੇ ਖਿਆਲ ਦੇ ਮੁਤਾਬਕ ਇਹ ਜਿਹੜੀ ਇੱਕਦਮ ਤਬਾਹ ਨਹੀਂ ਹੋਈ।
ਬਹੁਤ ਸਾਰੇ ਨਗਰ ਜਿਹੜੇ ਸਭਿਅਤਾ ਦੇ ਸੀਗੇ ਉਹ ਕਈ ਹਜ਼ਾਰ ਸਾਲ ਤੱਕ ਇਹ ਜਿਹੜੀ ਸਭਿਅਤਾ ਹੌਲੀ ਹੌਲੀ ਇਹਨਾਂ ਦੇ ਨਗਰ ਜਿਹੜੇ ਤਬਾਹ ਹੁੰਦੇ ਗਏ। ਔਰ ਇਹਦੇ ਲਈ ਵੱਖ-ਵੱਖ ਕਾਰਨ ਮੈਨੂੰ ਲੱਗਦਾ ਬਣੇ ਆ। ਜਿਵੇਂ ਸਾਡੇ ਛੀਨਿਆਂ ਵਾਲਾ ਥੇ ਆ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਵਿੱਚ ਕਈ ਮੀਲਾਂ ਦੇ ਵਿੱਚ ਫੈਲਿਆ ਥੇ ਸੀਗਾ ਕਦੀ। ਇਹ ਪ੍ਰਾਚੀਨ ਸਭਿਅਤਾ ਦਾ ਇੱਕ ਤਬਾਹ ਹੋਇਆ ਸ਼ਹਿਰ ਆ। ਔਰ ਇਹੀ ਉਸੇ ਹੜੱਪਾ ਕਾਲ ਦੇ ਜਿਹੜੇ ਨਗਰ ਸੀਗੇ ਸਿੰਧ ਘਾਟੀ ਦੀ ਸਭਿਅਤਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਉਹਨਾਂ ਦੇ ਨਾਲ ਹੀ ਸੰਬੰਧਿਤ ਆ। ਔਰ 6000 ਸਾਲ ਪਹਿਲਾਂ ਜਿਹੜੀ ਘੁੱਗ ਵਸਦੀ ਸਭਿਅਤਾ ਸੀ ਇਹ ਕਿਵੇਂ ਵਿਕਸਿਤ ਹੋਈ, ਕਦੋਂ ਹੋਈ, ਇਹਦੇ ਬਾਰੇ ਅੰਦਾਜ਼ਾ ਲਾਉਣਾ ਜਿਹੜਾ ਉਹ ਅਜੇ ਮੁਸ਼ਕਿਲ ਆ। ਪਰ ਇੰਨਾ ਕੁ ਮਿਲਦਾ ਕਿ 6000 ਸਾਲ ਪਹਿਲਾਂ ਸਭਿਅਤਾ ਵਸਦੀ ਸੀ। ਔਰ ਇਸ ਦੇ ਨਗਰ ਜਿਹੜੇ ਹੌਲੀ ਹੌਲੀ ਉਹਦਾ ਬਹੁਤ ਸਾਰੇ ਕਾਰਨ ਜਿਹੜੇ ਕੁਦਰਤੀ ਆਫਤਾਂ ਜਿਵੇਂ ਭੁਚਾਲ, ਹੜ੍ਹ, ਕਈ ਮਹਾਂਮਾਰੀਆਂ ਜਿਵੇਂ ਅੱਜ ਕੱਲ੍ਹ ਵੀ ਤੁਸੀਂ ਵੇਖ ਰਹੇ ਹੋ ਮਹਾਂਮਾਰੀ ਜਿਹੜੀ ਚੱਲੀ ਆ। ਔਰ ਅੱਜ ਕੱਲ੍ਹ ਉਹ ਸਰਕਾਰਾਂ ਨੇ ਮੈਡੀਕਲ ਉਪਾਅ ਜਿਹੜੇ ਆ ਬਚਾਅ ਦੇ ਸਾਰੇ ਸਾਧਨ ਲਾ ਕੇ ਵੀ ਕਈ ਸ਼ਹਿਰਾਂ ਦੇ ਵਿੱਚ ਖਤਰਨਾਕ ਰੂਪ ਧਾਰਨ ਕਰ ਗਈ ਆ। ਇਸ ਤਰ੍ਹਾਂ ਜਦੋਂ ਪ੍ਰਾਚੀਨ ਸਮਿਆਂ 'ਚ ਵੱਡੇ ਨਗਰਾਂ ਦੇ ਵਿੱਚ ਮਹਾਂਮਾਰੀਆਂ ਆਉਂਦੀਆਂ ਸਨ ਤਾਂ ਲੋਕ ਪਲਾਇਨ ਕਰ ਜਾਂਦੇ ਸਨ ਇੱਕ ਤੋਂ ਦੂਜੀ ਜਗ੍ਹਾ ਦੇ ਵਿੱਚ। ਔਰ ਮੇਰੀ ਕਿਤਾਬ ਜਿਹੜੀ ਇਬਨ ਬਤੂਤਾ ਦੀ ਯਾਤਰਾ ਡਾਇਰੀ ਮੈਂ ਪੰਜਾਬੀ 'ਚ ਅਨੁਵਾਦ ਕੀਤੀ ਸੀ, ਇਬਨ ਬਤੂਤਾ ਦੀਆਂ ਰੋਮਾਂਚਿਕ ਯਾਤਰਾਵਾਂ, ਉਹਦੇ ਵਿੱਚ ਕਈ ਜਗ੍ਹਾ 'ਤੇ ਜਦੋਂ ਇਬਨ ਬਤੂਤਾ ਜ਼ਿਕਰ ਕਰਦਾ ਹੈ ਕਿ ਉਹ ਕਈ ਨਗਰਾਂ ਦੇ ਵਿੱਚ ਅਰਬ ਦੇਸ਼ਾਂ 'ਚ ਗਿਆ ਔਰ ਉੱਥੇ ਮਹਾਂਮਾਰੀ ਫੈਲੀ ਹੋਈ ਸੀ ਜਿਹਨੂੰ ਉਹ ਕਹਿੰਦਾ ਕਿ ਪਲੇਗ ਆਈ ਸੀ ਉੱਥੇ। ਔਰ ਉਸਨੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਾਫੀ ਉੱਥੇ ਜਿਹੜੇ ਇਸ ਤੋਂ ਪ੍ਰਭਾਵਿਤ ਵੇਖੇ। ਬੜਾ ਦਰਦਨਾਕ ਸੀਨ ਉਹਨੇ ਬਿਆਨ ਕੀਤਾ ਕਈ ਜਗ੍ਹਾ 'ਤੇ। ਔਰ ਬੜੇ ਲੋਕ ਜਿਹੜੇ ਵੇਖੇ ਕਿ ਉਹ ਸ਼ਹਿਰਾਂ ਨੂੰ ਛੱਡ ਕੇ ਉੱਥੋਂ ਭੱਜ ਰਹੇ ਸੀ। ਕੁਦਰਤੀ ਕਰੋਪੀ ਦੇ ਡਰ ਤੋਂ ਜਾਂ ਕਿਸੇ ਦੇਵਤਾ ਦੇ ਸਰਾਪ ਦੇ ਡਰ ਤੋਂ ਜਿਹੜੇ ਉਹ ਲੋਕ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਲਾਨ ਕਰ ਜਾਇਆ ਕਰਦੇ ਸਨ। ਔਰ ਉਹ ਨਗਰ ਜਿਹੜੇ ਹੌਲੀ ਹੌਲੀ ਵੀਰਾਨ ਪਏ, ਜਿਹੜੇ ਤਬਾਹ ਹੋ ਕੇ ਥੇ ਬਣ ਜਾਂਦੇ ਸਨ। ਇਸੇ ਤਰ੍ਹਾਂ ਛੀਨਿਆਂ ਵਾਲਾ ਥੇ ਕੋਈ 2,500-3 ਹਜ਼ਾਰ ਸਾਲ ਪਹਿਲਾਂ ਜਿਹੜਾ ਉਹ ਤਬਾਹ ਹੋਇਆ ਲੱਗਦਾ। ਔਰ ਇਹਦੇ ਲਈ ਹੋ ਸਕਦਾ ਕੋਈ ਰਾਜਨੀਤਿਕ ਉਥਲ ਪੁਥਲ ਜਿਹੜੀ ਕਾਰਨ ਬਣੀ ਹੋਵੇ। ਜਿਵੇਂ ਛੀਨਿਆਂ ਵਾਲੇ ਥੇ ਦੇ ਵਿੱਚੋਂ ਕਾਫੀ ਗਿਣਤੀ ਦੇ ਵਿੱਚ ਜਿਹੜੇ ਉਹ ਮਿੱਟੀ ਦੇ ਉਸ ਵੇਲੇ ਦੇ ਵਿਪਨ ਸਨ, ਹਥਿਆਰ ਸਨ ਉਸ ਵੇਲੇ ਦੇ। ਤੋਪਾਂ ਦੇ ਗੋਲੇ ਜਿਹੜੇ 10 ਕਿਲੋਗ੍ਰਾਮ ਭਾਰੇ ਨੇ, ਮੈਂ ਉਹ ਖੁਦ ਵੇਖੇ ਨੇ, ਉਹਨਾਂ ਨੂੰ ਜੋਖ ਕੇ ਵੇਖੇ ਨੇ। ਔਰ ਛੋਟੀਆਂ ਛੋਟੀਆਂ ਗੋਲੀਆਂ ਜਿਹੜੀਆਂ ਬੰਦੂਕਾਂ ਦੀਆਂ ਉਹ ਲੱਭੀਆਂ ਨੇ ਮਿੱਟੀ ਦੀਆਂ। ਉਹ ਮਿੱਟੀ ਨੂੰ ਪਕਾ ਕੇ ਤਿਆਰ ਕੀਤੀਆਂ ਜਾਂਦੀਆਂ ਸਨ ਇਹ ਜਿਹੜੇ ਵੀਪਨ ਸਨ। ਔਰ ਹੋਰ ਵੀ ਪੱਥਰ ਦੇ ਜਿਹੜੇ ਜਾਂ ਤਿੱਖੇ ਜਿਹੜੇ ਹਥਿਆਰ ਸੀ ਉੱਥੋਂ ਮਿਲੇ ਨੇ। ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗੋਲੀਆਂ ਜਾਂ ਵੱਡੇ ਪੱਥਰ ਦੇ ਗੋਲੇ ਜਿਹੜੇ ਮਿਲੇ ਆ, 10 ਕਿਲੋਗ੍ਰਾਮ ਭਾਰੇ ਗੋਲੇ ਔਰ 10-10, 20-20 ਗ੍ਰਾਮ ਜਿਹੜੀਆਂ ਭਾਰੀਆਂ ਪੱਥਰ ਦੀਆਂ ਗੋਲੀਆਂ, ਇਹ ਉਸ ਸਮੇਂ ਦੀਆਂ ਤੋਪਾਂ ਜਾਂ ਬੰਦੂਕਾਂ ਲਈ ਬਣਦੀਆਂ ਸਨ ਪ੍ਰਾਚੀਨ ਸਮੇਂ ਦੇ ਵਿੱਚ। ਔਰ ਇਹਨਾਂ ਦੀ ਵਰਤੋਂ ਹੜੱਪਾ ਕਾਲ ਦੇ ਦੌਰਾਨ ਹੀ ਸ਼ੁਰੂ ਹੋ ਚੁੱਕੀ ਸੀ। ਇਹ ਅੱਜ ਕੱਲ੍ਹ ਵਰਗੇ ਨਹੀਂ ਸਨ। ਜਿਵੇਂ ਵਾਂਸਾਂ ਵਰਗੇ ਦਰਖਤ ਸਨ, ਉਦੋਂ ਵਾਂਸਾਂ ਦੇ ਦਰਖਤਾਂ ਨੂੰ ਜਿਹੜਾ ਕੱਟ ਕੇ ਜਿਹੜੇ ਲਚਕੀਲੇ ਹੁੰਦੇ ਸਨ ਉਹਨਾਂ ਦੇ ਅੱਗੇ ਰਬੜ ਵਰਗੀ ਕੋਈ ਚੀਜ਼ ਬੰਨ੍ਹੀ ਜਾਂਦੀ ਸੀ ਜਾਂ ਕੋਈ ਇਹੋ ਜਿਹੀ ਪਕਿਆਈ ਕਰਕੇ ਚੀਜ਼। ਔਰ ਉਹਨਾਂ ਨੂੰ ਇੱਕ ਜਗ੍ਹਾ 'ਤੇ ਬੰਨ੍ਹ ਦਿੱਤਾ ਜਾਂਦਾ ਸੀ ਇੱਕ ਸਾਈਡ ਤੋਂ, ਦੂਸਰੀ ਜਗ੍ਹਾ ਤੋਂ ਉਸ ਨੂੰ ਖਿੱਚ ਕੇ ਉਹਦੇ ਵਿੱਚ ਉਹ ਗੋਲੀਆਂ ਭਰ ਕੇ ਜਾਂ ਵੱਡੇ ਪੱਥਰ ਦੇ ਗੋਲੇ ਸੀ ਉਹਨਾਂ ਨੂੰ ਅੱਗ 'ਚ ਪਕਾ ਕੇ ਕੋਈ ਲੱਕੜੀ ਦੇ ਬੂਰਾ ਵਗੈਰਾ ਜਿਹੜਾ ਉਹਦੇ ਦੁਆਲੇ ਲਾਇਆ ਜਾਂਦਾ ਸੀਗਾ। ਔਰ ਜਦੋਂ ਉਹਨੂੰ ਵਾਂਸ 'ਤੇ ਉਸ ਗੋਪੀਏ 'ਤੇ ਬਣਾ ਕੇ ਚਲਾਇਆ ਜਾਂਦਾ ਸੀ ਤਾਂ ਉਹ ਚੰਗਿਆੜੇ ਛੱਡਦਾ ਜਾਂਦਾ ਸੀ ਦੁਸ਼ਮਣ ਦੀਆਂ ਫੌਜਾਂ ਦੇ। ਔਰ ਉੱਚੇ ਥੇਹਾਂ ਤੋਂ ਜਦੋਂ ਇਹ ਚਲਾਇਆ ਜਾਂਦਾ ਸੀ ਅਤੇ ਜਿਹੜੀ ਧਾੜ ਆਉਂਦੀ ਸੀ ਜਾਂ ਜਦੋਂ ਹਮਲਾਵਰ ਆਉਂਦੇ ਸਨ ਉਹਨਾਂ ਦਾ ਬਹੁਤ ਨੁਕਸਾਨ ਕਰਦਾ ਸੀ। ਇੱਕ ਇੱਕ ਜਿਹੜਾ ਗੋਲਾ ਸੀ ਉਹ ਕਈ ਅਨੇਕ ਹਮਲਾਵਰਾਂ ਦਾ ਜਿਹੜਾ ਉਹ ਨੁਕਸਾਨ ਕਰਦਾ ਸੀ। ਕਈਆਂ ਦੀ ਜਾਨ ਜਾਂਦੀ ਸੀ ਔਰ ਕਈਆਂ ਨੂੰ ਇੱਕ ਜਿਹੜੀ ਗੋਲੀ ਸੀ ਉਹ ਕਈਆਂ ਨੂੰ ਫੱਟੜ ਕਰਦੀ ਸੀ, ਕਿਉਂਕਿ ਉਹਨਾਂ 'ਚੋਂ ਚੰਗਿਆੜੇ ਨਿਕਲਦੇ ਸਨ। ਉਸ ਵੇਲੇ ਦੀ ਜਿਹੜੀ ਹਥਿਆਰ ਸਨ ਇਹ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਵਿਖਾਉਣ ਦੀ। ਔਰ ਉਹ ਵਾਂਸਾਂ ਦੇ ਦਰਖਤਾਂ ਨੂੰ ਬੰਨ੍ਹ ਕੇ ਉਹਨਾਂ ਨੂੰ ਖਿੱਚ ਕੇ ਜਿਹੜੇ ਚਲਾਏ ਜਾਂਦੇ ਸਨ 10-10 ਕਿਲੋਗ੍ਰਾਮ ਦੇ ਭਾਰੇ ਗੋਲੇ। ਇਹ ਛੀਨਿਆਂ ਵਾਲੇ ਥੇ ਦੇ ਵਿੱਚੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਮਿਲੇ ਨੇ। ਇਸ ਤੋਂ ਇਲਾਵਾ ਬੱਚਿਆਂ ਦੇ ਜਿਹੜੇ ਖਿਡੌਣੇ ਨੇ ਮਿੱਟੀ ਦੇ ਬਣੇ ਹੋਏ, ਕਾਫੀ ਟੁੱਟ ਭੱਜ ਮਿਲੀ ਉਹਨਾਂ ਖਿਡੌਣਿਆਂ ਦੀ। ਇਹ ਇਨਸਾਨਾਂ ਦੇ, ਪਸ਼ੂਆਂ ਦੇ ਜਿਹੜੇ ਪਿੰਜਰ ਨੇ ਉਹ
ਛੋਟੇ ਵੱਡੇ ਜਿਹੜੇ ਪਿੰਜਰ ਨੇ ਉਹ ਕਾਫੀ ਵੱਡੀ ਗਿਣਤੀ ਵਿੱਚ ਮਿਲਦੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿੰਜਰ ਨੇ ਜਿਹੜੇ ਉੱਥੇ ਥੇਹ ਦੇ ਵਿੱਚ ਦੱਬੇ ਪਏ ਨੇ। ਔਰ ਉੱਥੋਂ ਜਿਹੜੀਆਂ 1 ਬਾਈ 1.5 ਫੁੱਟ ਦੀਆਂ ਇੱਟਾਂ ਜਿਹੜੀਆਂ ਉਦੋਂ ਜਿਹੜੀ ਈਸਵੀ ਸਨ ਸ਼ੁਰੂ ਹੋਣ ਤੋਂ ਪਹਿਲਾਂ ਚੱਲਦੀਆਂ ਸਨ, ਨਾਨਕਸ਼ਾਹੀ ਕਾਲ ਦੀਆਂ ਇੱਟਾਂ ਜਿਹੜੀਆਂ ਨੇ ਲਗਭਗ 1000 ਸਾਲ ਤੋਂ ਸ਼ੁਰੂ ਹੋਈ ਇਹਨਾਂ ਦੀ ਵਰਤੋਂ। ਔਰ ਇਸ ਤੋਂ ਪਹਿਲਾਂ ਦੀਆਂ ਜਿਹੜੀਆਂ ਇੱਟਾਂ ਸਾਨੂੰ 1 ਬਾਈ 1.5 ਫੁੱਟ ਚੌੜੀ ਇੱਟ ਸੀ। ਔਰ ਉਹੀ ਇੱਟ ਜਿਹੜੀ ਇੱਥੇ ਛੀਨਿਆਂ ਵਾਲੇ ਥੇਹ ਦੇ ਵਿੱਚੋਂ ਕਾਫੀ ਗਿਣਤੀ ਦੇ ਵਿੱਚ ਮਿਲ ਰਹੀ ਆ। ਕੁਝ ਇਸ ਤਰ੍ਹਾਂ ਦੇ ਨਾ ਮੋਤੀ ਵਗੈਰਾ ਵੀ ਮਿਲੇ ਨੇ। ਇਸ ਤੋਂ ਇਲਾਵਾ ਇਸਲਾਮਿਕ ਕਾਲ ਦੇ ਜਿਹੜੇ ਸਿੱਕੇ ਨੇ, ਤਾਂਬੇ ਦੇ ਸਿੱਕੇ, ਉਹ ਕਾਫੀ ਇੱਥੋਂ ਮਿਲ ਰਹੇ ਨੇ, ਜਿਨ੍ਹਾਂ ਦੇ ਉੱਤੇ ਅੱਲਾ ਵਗੈਰਾ ਕੁਝ ਇੱਦਾਂ ਲਿਖਿਆ ਸ਼ਬਦ, ਸ਼ਾਇਦ ਮੈਨੂੰ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਿਆ, ਅਰਬੀ ਫਾਰਸੀ ਦੇ ਕੁਝ ਸ਼ਬਦ ਨੇ। ਅੱਲਾ ਪੜ੍ਹਿਆ ਜਾਂਦਾ, ਅੱਗੇ ਪੜ੍ਹਿਆ ਨਹੀਂ ਜਾਂਦਾ। ਉਹ ਕਾਫੀ ਸਿੱਕੇ ਤਾਂਬੇ ਦੇ ਇੱਥੇ ਮਿਲੇ ਨੇ। ਔਰ ਹੋ ਸਕਦਾ ਇਹ ਸਿੱਕੇ ਜਿਹੜੇ, ਕਿਉਂਕਿ ਇਸਲਾਮਿਕ ਕਾਲ ਤੋਂ ਪਹਿਲਾਂ ਦਾ ਜਿਹੜਾ ਨਗਰ ਤਬਾਹ ਹੋ ਚੁੱਕਾ ਸੀ 1000 ਸਾਲ ਪਹਿਲੇ ਇਸਲਾਮ ਇੰਡੀਆ ਦੇ ਵਿੱਚ ਆਉਣ ਤੋਂ। ਔਰ ਹੋ ਸਕਦਾ ਇਹ ਉੱਚਾ ਥੇਹ ਵੇਖ ਕੇ ਜਿਹੜੀ ਸੁਰੱਖਿਆ ਦੇ ਪੱਖੋਂ, ਕਿਉਂਕਿ 2-3 ਕਿਲੋਮੀਟਰ ਦੇ ਵਿੱਚ ਹੈਗਾ ਸੀ ਇਹਦਾ ਵਿਆਸ, ਅਤੇ ਜਿਹੜੀ ਮੁਸਲਮਾਨ ਹਮਲਾਵਰਾਂ ਦੀ ਫੌਜ ਆਈ ਉਹਨੇ ਇਸ ਥੇਹ ਦੇ ਉੱਤੇ ਟਿਕਾਣਾ ਕੀਤਾ ਹੋਵੇ। ਔਰ ਉਹਨਾਂ ਦੇ ਸਿੱਕੇ ਜਿਹੜੇ ਆ ਉਹ ਇੱਥੇ ਕਾਫੀ ਗਿਣਤੀ ਦੇ ਵਿੱਚ ਮਿਲਦੇ ਨੇ। ਇਹ ਬਾਅਦ ਦੀਆਂ ਗੱਲਾਂ ਨੇ, ਕਿਉਂਕਿ ਜਦੋਂ ਮੁਸਲਿਮ ਫੌਜ ਆਈ ਔਰ ਉਹਨਾਂ ਨੇ ਉੱਚਾ ਥੇਹ ਵੇਖ ਕੇ ਸੁਰੱਖਿਆ ਦੇ ਪੱਖ ਤੋਂ ਉੱਥੇ ਹੀ ਡੇਰੇ ਲਾਉਣੇ ਸੀਗੇ, ਕਿਉਂਕਿ ਨੀਵੇਂ ਥਾਂ 'ਤੇ ਹਮਲਾਵਰ ਜਿਹੜੇ ਛੇਤੀ ਆ ਜਾਂਦੇ। ਇਹਦੇ ਉੱਪਰ ਚੜ੍ਹਨਾ ਬਹੁਤ ਔਖਾ ਸੀਗਾ, ਕਾਫੀ ਉੱਚਾ ਸੀ। ਔਰ 4 ਚੁਫੇਰਿਓਂ ਜਿਹੜਾ ਇਹਦੇ ਮੋਹਰੀਆਂ ਲਾ ਕੇ ਇਹਦੇ 'ਤੇ ਵਾਰ ਕਰ ਦਿੱਤੀ ਜਾਂਦੀ ਸੀ ਕਿ ਤਾਂ ਕਿ ਕੋਈ ਵੀ ਹਮਲਾਵਰ ਬਾਹਰੋਂ ਆਵੇ ਅਤੇ ਜਲਦੀ ਉੱਪਰ ਨਾ ਜਾ ਸਕੇ। ਦੋਸਤੋ, ਇਹ ਜਿਹੜੇ ਸਮਾਨ ਮੈਂ ਤੁਹਾਨੂੰ ਦੱਸਿਆ ਇੱਥੇ ਛੀਨਿਆਂ ਵਾਲੇ ਥੇਹ 'ਚੋਂ ਮਿਲ ਰਿਹਾ, ਚੱਕੀਆਂ ਦੇ ਪੁੜ ਨੇ। ਇਹ ਇੱਕ ਕੋਈ ਖੂਹ ਟਾਈਪ ਜਗ੍ਹਾ ਬਣੀ, ਜਿਵੇਂ ਉਹ ਪਿੱਛੇ ਚੱਕ ਹੁੰਦੇ ਸਨ, ਘੁਮਿਆਰ ਦੇ ਚੱਕ ਜਿਹੜੇ ਇੱਟਾਂ ਪਕਾਉਂਦੇ ਸਨ, ਇੱਟਾਂ ਵਾਲੇ ਭੱਠੇ 'ਤੇ ਹੁਣ ਬਾਅਦ 'ਚ ਲੱਗਣ ਲੱਗੇ ਨੇ। ਇਸ ਤੋਂ ਪਹਿਲਾਂ ਜਿਹੜੇ ਚੱਕ ਹੁੰਦੇ ਸਨ, ਚੱਕ ਕਈ ਦੋਸਤਾਂ ਨੇ ਵੇਖੇ ਹੋਣਗੇ, ਉਹਦੇ 'ਚ ਮਿੱਟੀ ਦੇ ਭਾਂਡੇ ਜਿਹੜੇ ਘੁਮਿਆਰ ਪਕਾਉਂਦੇ ਸਨ, ਉਹ ਚੱਕ ਵੀ ਇੱਥੋਂ ਮਿਲਿਆ ਆ। ਔਰ ਉਹ ਇੱਟਾਂ ਦੀ ਪਕਿਆਈ ਕਰਨ ਲਈ ਵਰਤਿਆ ਜਾਂਦਾ ਸੀਗਾ, ਮੀਨਜ਼ ਕਿ ਪੁਰਾਣੇ ਜ਼ਮਾਨੇ ਦਾ ਇੱਕ ਭੱਠਾ। ਤੋ ਇਹ ਛੀਨਿਆਂ ਵਾਲਾ ਥੇਹ ਜਿਹੜਾ ਆ, ਇਹ ਉਸੇ ਹੜੱਪਾ ਕਾਲ ਦਾ ਇੱਕ ਤਬਾਹ ਹੋਇਆ ਨਗਰ ਆ। ਔਰ ਹੜੱਪਾ ਕਾਲ ਦੇ ਨਗਰ, ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ 6000 ਸਾਲ ਪਹਿਲਾਂ ਤਬਾਹ ਹੋਣੇ ਸ਼ੁਰੂ ਹੋਏ। ਔਰ ਅੱਜ ਤੋਂ 2500 ਸਾਲ ਪਹਿਲਾਂ ਤੱਕ ਇਹ ਪੂਰੀ ਤਰ੍ਹਾਂ ਨਗਰ ਜਿਹੜੀ ਸੱਭਿਅਤਾ ਤਬਾਹ ਹੋ ਚੁੱਕੀ ਸੀ। ਔਰ ਵਿਦੇਸ਼ੀ ਹਮਲਾਵਰਾਂ ਨੇ ਜੋੜ ਫੜ ਲਿਆ, ਔਰ ਉਹਦੇ ਕਰਕੇ ਨਗਰਾਂ ਦੇ ਸਰੂਪ ਬਦਲ ਗਏ। ਔਰ ਕਈ ਦੋਸਤ ਕਹਿੰਦੇ ਨੇ ਕਿ ਆਰੀਅਨਾਂ ਦੇ ਆਉਣ ਦੇ ਨਾਲ ਇਹ ਜਿਹੜੀਆਂ ਸੱਭਿਅਤਾਵਾਂ ਤਬਾਹ ਹੋਈਆਂ, ਪਰ ਇਹ ਗੱਲ ਕਾਫੀ ਹੱਦ ਤੱਕ ਜਿਹੜੀ ਮੰਨਣ 'ਚ ਨਹੀਂ ਆਉਂਦੀ, ਕਿਉਂਕਿ ਆਰੀਅਨਾਂ ਦੇ ਵੇਲੇ ਜਿਹੜੇ ਨਗਰ ਵਸਦੇ ਰਹੇ ਸੀ। ਔਰ ਇਹ ਜ਼ਿਆਦਾਤਰ ਨਗਰ ਜੇ ਕਿਸੇ ਭੁਚਾਲ ਨਾਲ ਜਾਂ ਕੁਦਰਤੀ ਆਫਤ ਨਾਲ, ਜਦੋਂ ਕਿਤੇ ਵਿਦੇਸ਼ੀ ਹਮਲਾਵਰਾਂ ਦੇ ਹੱਲੇ ਹੁੰਦੇ ਤੇ ਲੋਕ ਇੱਕ ਨਗਰ ਨੂੰ ਛੱਡ ਕੇ ਦੂਜੀ ਜਗ੍ਹਾ 'ਤੇ ਚਲੇ ਜਾਂਦੇ ਸਨ, ਮਹਾਂਮਾਰੀਆਂ ਦੇ ਡਰ ਨਾਲ, ਜਾਂ ਹੜ੍ਹ ਵਗੈਰਾ ਜਦੋਂ ਆਉਂਦੇ ਸਨ, ਕਿਸੇ ਕੁਦਰਤੀ ਕਿਸੇ ਦੇਵਤੇ ਦਾ ਸਰਾਪ, ਗੈਬੀ ਸ਼ਕਤੀ ਦਾ ਡਰ, ਇਹਨਾਂ ਡਰਾਂ ਦੇ ਕਾਰਨ ਜਿਹੜੇ ਉਹ ਨਗਰ ਜਿਹੜੇ ਉਹ ਤਬਾਹ ਹੁੰਦੇ ਗਏ। ਔਰ ਪਹਿਲਾਂ ਇੱਕ ਧਾਰਨਾ ਸੀ ਕਿ ਕੋਈ ਉਲਕਾ ਪਿੰਡ ਜਿਹੜਾ ਧਰਤੀ ਦੀ ਸਤ੍ਹਾ ਦੇ ਲਾਗੋਂ ਦੀ ਲੰਘਿਆ, ਔਰ ਉਹ ਇੰਨੀ ਨੇੜਿਓਂ ਦੀ ਖਹਿ ਕੇ ਲੰਘਿਆ ਕਿ ਉਹਦੀ ਗਰਮੀ ਦੇ ਨਾਲ ਜਿਹੜੀ ਸੱਭਿਅਤਾ ਉੱਜੜ ਗਈ, ਤਬਾਹ ਹੋ ਗਈ। ਪਰ ਇਹੋ ਜਿਹੀਆਂ ਕੋਈ ਨਿਸ਼ਾਨੀਆਂ ਨਹੀਂ ਮਿਲਦੀਆਂ। ਇਹ ਗੱਲ ਜਿਹੜੀ ਕੋਈ ਪ੍ਰੂਵਨ ਨਹੀਂ ਹੈ। ਇਹ ਗੱਲ ਇੱਕ ਧਾਰਨਾ ਹੀ ਸੀ ਜਸਟ, ਔਰ ਮੈਨੂੰ ਨਹੀਂ ਲੱਗ ਰਿਹਾ ਕੋਈ ਇਹਦੇ ਪਿੱਛੇ ਜ਼ਿਆਦਾ ਬੇਸ ਹੈਗਾ। ਸੋ ਛੀਨਿਆਂ ਵਾਲੇ ਥੇਹ ਦੇ ਤਬਾਹ ਹੋਣ ਬਾਰੇ, ਜਾਂ ਸਿੰਧ ਘਾਟੀ ਦੀ ਸੱਭਿਅਤਾ ਦੇ ਤਬਾਹ ਹੋਣ ਬਾਰੇ ਅੱਜ ਕੱਲ੍ਹ ਜਿਹੜੀ ਸਭ ਤੋਂ ਵੱਧ ਵਿਦਵਾਨਾਂ ਵਿੱਚ ਧਾਰਨਾ ਪ੍ਰਚਲਿਤ ਆ, ਉਹਦੇ ਬਾਰੇ ਮੈਂ ਦੱਸ ਦਿਆਂ ਕਿ ਕੋਈ ਵੱਡੀ ਸੁਨਾਮੀ ਜਿਹੜੀ ਧਰਤੀ 'ਤੇ ਆਈ ਸੀ, ਜਾਂ ਕੋਈ ਉਲਕਾ ਪਿੰਡ ਸਮੁੰਦਰ ਦੇ ਵਿੱਚ ਡਿੱਗਾ ਹੋਏਗਾ ਵਿਸ਼ਾਲ ਆਕਾਰ ਦਾ, ਉਹਦੇ ਨਾਲ, ਜਾਂ ਮੌਸਮ ਦੇ ਵਿੱਚ ਗਿਣ ਲਓ ਕਿ ਜਲਵਾਯੂ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਕੋਈ ਇਹੋ ਜਿਹੀ ਕੁਦਰਤੀ ਕਰੋਪੀ ਆਈ ਕਿ ਧਰੁਵਾਂ 'ਤੇ ਜੰਮੀ ਬਰਫ਼ ਜਿਹੜੀ ਪਿਘਲਣੀ ਸ਼ੁਰੂ ਹੋ ਗਈ। ਅੱਜ ਕੱਲ੍ਹ ਵੀ ਵਿਗਿਆਨੀ ਇਹਦੀਆਂ ਚੇਤਾਵਨੀਆਂ ਦੇ ਰਹੇ ਨੇ ਕਿ ਧਰੁਵਾਂ 'ਤੇ ਜੰਮੀ ਜਿਹੜੀ ਬਰਫ਼ ਆ ਉਹ ਤਾਪਮਾਨ ਵੱਧ ਰਿਹਾ ਔਰ ਪਿਘਲ ਰਹੀ ਹੈ। ਇਹਦੇ ਨਾਲ ਜਿਹੜੀ ਸਮੁੰਦਰ ਦੀ ਸਤ੍ਹਾ ਦਾ ਲੈਵਲ ਹਰ ਸਾਲ ਵੱਧਦਾ ਜਾ ਰਿਹਾ, ਔਰ ਉਹ ਬਰਫ਼ ਪਿਘਲਣ ਦੇ ਨਾਲ ਹੋ ਸਕਦਾ ਉਸ ਜ਼ਮਾਨੇ 'ਚ ਕੋਈ ਇਹੋ ਜਿਹੀ ਵੱਡੀ ਸੁਨਾਮੀ ਆਈ ਕਿ ਜਿਸ ਨੇ ਜਿਹੜਾ ਉਹ
ਸਾਰੀ ਧਰਤੀ ਨੂੰ ਉੱਚੇ ਉੱਚੇ ਪਹਾੜ ਜਿਹੜੇ ਪਾਣੀ ਨਾਲ ਢੱਕ ਲਏ ਔਰ ਅੰਸ਼ਕ ਰੂਪ ਦੇ ਵਿੱਚ ਜਿਹੜਾ ਮਨੁੱਖੀ ਜੀਵਨ ਸੀ ਉਸ ਧਰਤੀ 'ਤੇ ਰਿਹਾ। ਇਹਦੇ ਬਾਰੇ ਬਹੁਤ ਸਾਰੇ ਵਿਦਵਾਨਾਂ ਨੇ ਖੋਜੀਆਂ ਨੇ ਜਿਹੜੀਆਂ ਜਿਹੜੀ ਉਹ ਖੋਜਾਂ ਕੀਤੀਆਂ ਨੇ ਔਰ ਉਹ ਇਹੀ ਦੱਸ ਰਹੀਆਂ ਨੇ ਇਹਦੇ ਬਾਰੇ। ਕਾਫੀ ਵੱਡੀ ਪ੍ਰਚਲਿਤ ਧਾਰਨਾ ਹੈ। ਔਰ ਸ਼ੀਨਿਆਂ ਵਾਲੇ ਥੇ ਦੇ ਉੱਤੋਂ ਮੈਂ ਖੁਦ ਵੇਖਿਆ ਕਿ ਉੱਥੇ ਜਿਹੜੇ ਸਮੁੰਦਰ ਦੇ ਵਿੱਚ ਮਿਲਦੇ ਨੇ ਘੋਗੇ, ਸਿੱਪੀਆਂ, ਸੰਖ, ਉਹ ਜਿਹੜੇ ਇਹਦੀ ਉੱਪਰਲੀ ਸਤ੍ਹਾ ਦੇ ਉੱਤੇ ਮਿਲ ਰਹੇ ਨੇ। ਹੋਰ ਵੀ ਬਹੁਤ ਸਾਰੇ ਥੇਹਾਂ ਦੇ ਵਿੱਚ ਇਹ ਮਿਲੇ ਨੇ। ਡਾਕਟਰ ਰੋਮਿਲਾ ਥਾਪਰ ਦੀ ਕਿਤਾਬ ਜਿਹੜੀ ਆ ਬਹੁਤ ਮਸ਼ਹੂਰ ਹੈ ਇਸ ਬਾਰੇ ਖੋਜ। ਔਰ ਇੱਥੇ ਕਿਤਾਬ ਸੀਗੀ ਇੱਕ, ਸਿੰਧ ਘਾਟੀ ਦੀ ਸੱਭਿਅਤਾ, ਪੂਰਵ ਕਲੀਨ ਭਾਰਤ ਔਰ ਸਿੰਧ ਘਾਟੀ ਦੀ ਸੱਭਿਅਤਾ, ਸ਼ਾਇਦ ਉਹ ਉੱਧਰ ਰੱਖੀ, ਹਾਂ, ਸਿੰਧੂ ਸੱਭਿਅਤਾ ਕਿਤਾਬ। ਇਹਦੇ ਵਿੱਚ ਵੀ ਇਹੀ ਜ਼ਿਕਰ ਮਿਲਦਾ ਹੈ ਕਿ ਜਿਹੜੇ ਬਹੁਤ ਸਾਰੇ ਜਿਹੜੇ ਨਾਰਥ ਇੰਡੀਆ ਦੇ ਹੋਰ ਸਟੇਟਾਂ ਦੇ ਵਿੱਚ ਥੇ ਨੇ, ਉਹਨਾਂ ਦੇ ਉੱਪਰ ਵੀ ਜਿਹੜੇ ਸਮੁੰਦਰਾਂ ਦੇ ਅੰਦਰ ਪਾਏ ਜਾਣ ਵਾਲੇ ਜੀਵ ਨੇ, ਘੋਗੇ, ਸਿੱਪੀਆਂ ਵਗੈਰਾ, ਉਹਨਾਂ ਦੇ ਖੋਲ ਮਿਲੇ ਨੇ ਉੱਥੋਂ। ਔਰ ਇਹੀ ਸ਼ੀਨਿਆਂ ਵਾਲੇ ਥੇ ਤੋਂ ਵੀ ਮਿਲ ਰਹੇ ਨੇ। ਹੋ ਸਕਦਾ ਕੋਈ ਵੱਡੀ ਸੁਨਾਮੀ ਇਹਦੇ 'ਚ ਆਈ ਹੋਵੇ। ਦੋਸਤੋ, ਭਾਰਤ ਦਾ ਜਿਹੜੀ ਸਭ ਤੋਂ ਪ੍ਰਾਚੀਨ ਟੈਕਸਟ ਗ੍ਰੰਥ ਮੰਨਿਆ ਜਾਂਦਾ ਆ ਵਿਸ਼ਨੂੰ ਪੁਰਾਣ। ਉਹ ਸ਼ਾਇਦ ਮੇਰੇ ਕੋਲ ਕੋਈ ਲੈ ਗਿਆ, ਮੈਂ ਵੇਖ ਰਿਹਾ ਸੀ ਲਾਇਬ੍ਰੇਰੀ ਦੇ ਵਿੱਚ ਔਰ ਮੈਨੂੰ ਮਿਲਿਆ ਨਹੀਂ। ਵਿਸ਼ਨੂੰ ਪੁਰਾਣ ਦੇ ਇੱਕ ਸੂਤਰ ਦੇ ਵਿੱਚ, ਸ਼ਾਇਦ 5ਵੇਂ ਸੂਤਰ ਦੇ ਵਿੱਚ ਇਹ ਜ਼ਿਕਰ ਆ ਕਿ ਧਰਤੀ 'ਤੇ ਇੱਕ ਬਹੁਤ ਵੱਡੀ ਜਲ ਪਰਲੈ, ਭਵ ਜਲ ਜਿਹਨੂੰ ਕਹਿੰਦੇ ਨੇ, ਭੈ ਦਾ ਪਾਣੀ, ਜਲ ਪਰਲੇ ਆਈ ਔਰ ਉਸਨੇ ਪੂਰੀ ਧਰਤੀ ਨੂੰ ਪਾਣੀ ਨਾਲ ਢੱਕ ਲਿਆ। ਔਰ ਫਿਰ ਵਿਸ਼ਨੂੰ ਭਗਵਾਨ ਦੇ ਜਿਹੜੇ ਸਵਾਸਾਂ ਦੀ ਅਗਨੀ ਸੀ, ਉਹਨਾਂ ਦੀ ਸਵਾਸਾਂ ਦੀ ਜਿਹੜੀ ਹਵਾ ਸੀ, ਉਹਨੇ ਪਵਨ ਸੀ, ਉਹਨੇ ਜਲ ਨੂੰ ਸੋਖ ਲਿਆ। ਔਰ 100 ਸਾਲਾਂ ਤੱਕ ਵਿਸ਼ਨੂੰ ਭਗਵਾਨ ਦੇ ਜਿਹੜੇ ਸਵਾਸਾਂ ਦੀ ਹਵਾ ਸੀ ਚੱਲਦੀ ਰਹੀ, ਵਹਿੰਦੀ ਰਹੀ। ਔਰ ਉਹਨੇ ਧਰਤੀ ਦੀ ਜਿਹੜੀ ਸਤ੍ਹਾ ਸੀ ਫਿਰ ਉਹਨੂੰ ਇੱਥੇ ਜੀਵਨ ਵਾਪਸ ਲੈ ਜਾਂਦਾ। ਇਹ ਵਿਸ਼ਨੂੰ ਪੁਰਾਣ ਦੇ ਵਿੱਚ ਪ੍ਰਾਚੀਨ ਟੈਕਸਟ ਦੇ ਵਿੱਚ ਜ਼ਿਕਰ ਹੈ। ਔਰ ਇਹੀ ਪ੍ਰਾਚੀਨ ਟੈਕਸਟ ਜਿਹੜੇ ਮੈਂ ਇੱਕ ਹੋਲੀ ਬਾਈਬਲ ਜਿਹੜਾ ਪਵਿੱਤਰ ਗ੍ਰੰਥ ਆ ਜ਼ਿਕਰ ਕਰਾਂਗਾ, ਦਾ ਪਹਿਲਾ ਪਾਰਟ ਆ ਜੀਨੀਅਸ। ਔਰ ਜੀਨੀਅਸ ਦੇ ਵਿੱਚ ਇੱਕ ਹਜ਼ਰਤ ਨੂਹ ਵੇਲੇ ਦੇ ਤੂਫਾਨ ਦਾ ਜ਼ਿਕਰ ਆ। ਬਹੁਤ ਮਸ਼ਹੂਰ ਕਥਾ ਆ, ਲਗਭਗ ਸਾਰਿਆਂ ਨੂੰ ਪਤਾ ਹੈ ਕਿ ਹਜ਼ਰਤ ਨੂਹ ਵੇਲੇ ਇੱਕ ਬਹੁਤ ਵੱਡਾ ਤੂਫਾਨ ਆਇਆ, ਇੱਕ ਬੜੀ ਵੱਡੀ ਜਲ ਪਰਲੇ ਆਈ ਔਰ ਜਿਹਨੇ ਸਾਰੀ ਧਰਤੀ ਨੂੰ ਜਿਹੜਾ ਉਹ ਜੀਵਨ ਖਤਮ ਕਰ ਦਿੱਤਾ, ਜੀਵ ਜੰਤੂ, ਪਸ਼ੂ ਪੰਛੀ। ਔਰ ਉਹੀ ਲੋਕ ਜਿਹੜੇ ਬਚ ਸਕੇ, ਜਿਹੜੇ ਹਜ਼ਰਤ ਨੂਹ ਦੇ ਜਿਹੜਾ ਉਹਨਾਂ ਨੇ ਬੇੜਾ ਬਣਾਇਆ ਸੀ ਉਹਦੇ ਵਿੱਚ ਸਵਾਰ ਹੋ ਗਏ, ਉਹੀ ਲੋਕ ਬਚ ਸਕੇ। ਬਾਕੀ ਸਾਰਾ ਜਿਹੜਾ ਇੱਥੋਂ ਜਿਹੜੀ ਸੱਭਿਅਤਾ ਜਿਹੜੀ ਨਸ਼ਟ ਹੋ ਗਈ। ਦੋਸਤੋ, ਪੰਜਾਬੀ ਦੇ ਪ੍ਰਸਿੱਧ ਕਵੀ ਜਿਹੜੇ ਬਹੁਤ ਵੱਡੇ ਇਨਾਮ ਲੈ ਚੁੱਕੇ ਨੇ, ਸ਼੍ਰੋਮਣੀ ਸਾਹਿਤਕਾਰ ਮਰਹੂਮ ਸ਼੍ਰੀ ਹਰਿੰਦਰ ਸਿੰਘ ਮਹਿਬੂਬ, ਉਹਨਾਂ ਦੀ ਇੱਕ ਲੰਮੀ ਕਵਿਤਾ, ਉਹਦੇ ਵਿੱਚੋਂ ਮੈਂ ਇੱਥੇ ਕੁਝ ਲਾਈਨਾਂ ਜਿਹੜੀਆਂ ਤੁਹਾਨੂੰ ਦੱਸਣੀਆਂ ਜ਼ਰੂਰੀ ਸਮਝਦਾ। ਉਹਨਾਂ ਦੀ ਲੰਮੀ ਕਵਿਤਾ ਹੈ ਮੌਤ ਥਲਾਂ ਦੇ ਰਾਹ, ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਇੱਕ ਬਹੁਤ ਵੱਡੀ ਸੁਨਾਮੀ ਜਿਹੜੀ ਪ੍ਰਾਚੀਨ ਸਮਿਆਂ ਦੇ ਵਿੱਚ ਆਈ ਸੀਗੀ। ਔਰ ਉਹ ਕਵਿਤਾ ਹੈ ਜੀ, ਫੇਰ ਮੇਰੀ ਜਾਨ 'ਤੇ ਲਰਜੇ ਨੂਹ ਵੇਲੇ ਦੇ ਪਾਣੀ, ਕੋਟ ਵਾਰ ਹਫ ਜਿੰਦ ਗਗਨਾਂ ਦੀ ਮੰਝ ਧਾਰੀ ਕੁਮਲਾਣੀ, ਨੂਹ ਦਾ ਬੇੜਾ ਤੋੜ ਕੇ ਗਰਜੇ ਅੰਬਰੋਂ ਪਰੇ ਅੰਧਾਰੀ, ਦਿਲ ਮੇਰੇ ਤੋਂ ਝੱਲ ਨਾ ਹੋਈ ਸਮਿਆਂ ਦੀ ਕਲਕਾਰੀ, ਮੇਰੀ ਹੋਸ਼ ਦੇ ਬੂਹੇ ਮੋਈਆਂ ਮਜਮਾਂ ਦੀਆਂ ਪਰਵਾਜ਼ਾਂ, ਘਾਇਲ ਕਰੇ ਕਸਕਾਂ ਨੇ ਸਾਗਰ ਸੰਗ ਸੁਹਾਣੇ ਰਾਜਾਂ, ਘਾਇਲ ਕਰੇ ਕਸਕਾਂ ਨੇ ਸਾਗਰ, ਭਾਰ ਭਾਰ ਪਹਾੜ ਦੇ ਹੇਠਾਂ ਸੁੱਤੇ ਬਾਲ ਵਰੇਸ ਦੇ ਹਾਣੀ, ਮਲਿਆਂ ਦੇ ਵਿੱਚ ਨਦੀਆਂ ਸਾਹਮਣੇ ਮੰਗਦੇ ਮਰ ਗਏ ਪਾਣੀ। ਔਰ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਜਿਹੜੀ ਉਹਨਾਂ ਨੇ ਆਪਣੀ ਮਨ ਦੀ ਵੇਦਨਾ ਦੱਸੀ ਆ, ਪਰ ਇਹਦੇ 'ਚ ਉਹਨਾਂ ਨੇ ਜਿਹੜੀ ਪ੍ਰਾਚੀਨ ਸਮਿਆਂ 'ਚ ਸੁਨਾਮੀ ਆਈ ਸੀ ਕਿ ਉਹਦਾ ਜ਼ਿਕਰ ਕੀਤਾ ਹੈ। ਔਰ ਭੌਜਲ, ਭੌਜਲ ਸ਼ਬਦ ਕਿ ਕੈਸੀ ਭੌਜਲ ਪਈ, ਭੌ ਜਲ ਦਾ ਮਤਲਬ ਭੈ ਦਾ ਪਾਣੀ। ਇਸ ਤਰ੍ਹਾਂ ਜਿਹੜਾ ਉਹ ਸਾਡੀ ਜਿਹੜੀ ਸੋਚ ਦੇ ਵਿੱਚ, ਸਾਡੇ ਇਤਿਹਾਸ ਦੇ ਵਿੱਚ ਜਿਹੜੀ ਇੱਕ ਇਹ ਪ੍ਰਾਚੀਨ ਸੁਨਾਮੀ ਆਈ ਸੀਗੀ ਜਿਹੜੀ ਧਰਤੀ 'ਤੇ ਵੱਡੀ, ਉਹ ਬਾਈਬਲ ਦੇ ਵਿੱਚ ਵੀ ਜ਼ਿਕਰ ਆ, ਵਿਸ਼ਨੂੰ ਪੁਰਾਣ ਦਾ ਵੀ ਮੈਂ ਜ਼ਿਕਰ ਕੀਤਾ। ਉਹ ਅਜੇ ਤੱਕ ਸਾਡੀ ਜਿਹੜੀ ਮਨੁੱਖੀ ਸੋਚ ਦੇ ਵਿੱਚ ਪਈ ਆ। ਔਰ ਅੱਜ ਕੱਲ੍ਹ ਵੀ ਵਿਗਿਆਨੀ ਇਹਦੀਆਂ ਚੇਤਾਵਨੀਆਂ ਜਾਰੀ ਕਰ ਰਹੇ ਨੇ ਕਿ ਤਾਪਮਾਨ ਵੱਧ ਰਿਹਾ ਆ, ਧਰਤੀ ਨੂੰ, ਕੁਦਰਤ ਨੂੰ ਬਚਾਉਣ ਦੀ ਲੋੜ ਆ। ਔਰ ਅੱਜ ਇਹਨਾਂ ਗੱਲਾਂ ਦੀ ਬਹੁਤ ਲੋੜ ਆ।
ਕਿ ਅਸੀਂ ਜਿਹੜਾ ਉਹ ਪ੍ਰਾਚੀਨ ਇਤਿਹਾਸ ਆ ਜਿਹੜਾ ਬਹੁਤ ਥੋੜ੍ਹੀਆਂ ਬਹੁਤੀਆਂ ਧੁੰਦਲੀਆਂ ਮਿੱਥਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਦਾ ਆ, ਉਹਨੂੰ ਅਸੀਂ ਲੱਭੀਏ, ਖੋਜੀਏ। ਔਰ ਬਾਕੀ ਦੋਸਤੋ, ਮੈਂ ਤੁਹਾਨੂੰ ਇਸ ਪ੍ਰਾਚੀਨ ਹੋਏ ਤਬਾਹ ਹੋਏ ਸ਼ਹਿਰ ਦੀ ਜਿਹੜੀ ਉਹ ਸੈਰ ਵੀ ਕਰਵਾ ਰਿਹਾ, ਤੁਹਾਨੂੰ ਮੌਕੇ 'ਤੇ ਦਿਖਾਵਾਂਗੇ। ਔਰ ਇਹ ਛੋਟੀ ਜਿਹੀ ਗੱਲ ਜਿਹੜੀ ਮੈਂ ਇਹਦੇ ਬਾਰੇ ਕਰਨੀ ਚਾਹ ਰਿਹਾ ਸਾਂ ਤੁਹਾਡੇ ਨਾਲ।